ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਨੀਆਂ ਕਿ ਇਲੈਕਟ੍ਰੀਸਿਟੀ ਦੀ ਮੰਗ ਲਗਾਤਾਰ ਵੱਧ ਰਹੀ ਹੈ। ਲੋਕ ਘਰਾਂ ਦੇ ਵਿੱਚ ਬੈਠੇ ਆ, ਇਹਦੀ ਮੰਗ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਇੱਕ ਮੁੱਦਾ ਤੁਹਾਡੇ ਨਾਲ ਸਾਂਝੇ ਕਰਨਾ ਕਿ ਸਰੀ RCMP ਇੱਕ ਵਿਅਕਤੀ ਦੀ ਭਾਲ ਕਰ ਰਹੀ ਹੈ, ਜ਼ਮਾਨਤ ਤੋਂ ਬਾਅਦ ਹਾਜ਼ਰ ਨਹੀਂ ਹੋਇਆ, ਪੁਲਿਸ ਨੇ ਮਦਦ ਮੰਗੀ ਹੈ। ਅਮਰੀਕਾ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਲੰਡਨ ਫਲਾਈਟ ਜਾ ਰਹੀ ਸੀ ਮਿਆਮੀ ਤੋਂ ਅਮਰੀਕਾ ਤੋਂ, ਫਲਾਈਟ ਦੇ ਵਿੱਚ ਰੌਲਾ ਰੱਪਾ ਪੈ ਗਿਆ, ਪਾਇਲਟ ਨੇ ਫਲਾਈਟ ਵਾਪਸ ਲੈ ਆਂਦੀ, ਵਾਪਸ ਅਮਰੀਕਾ ਇੰਗਲੈਂਡ ਦੇ ਵਿੱਚੋਂ ਨਹੀਂ ਗਈ। ਇੱਕ ਖਬਰ ਤੁਹਾਡੇ ਨਾਲ ਇਹ ਸਾਂਝੀ ਕਰਨੀ ਆ ਅੱਜ ਕਿ ਟੋਰਾਂਟੋ ਦੇ ਵਿੱਚ ਇੱਕ ਕੋਂਡੋ ਦੇ ਵਿੱਚ ਸਕੂਲ ਬਣ ਰਿਹਾ, ਪ੍ਰੋਵਿੰਸ ਦਾ ਪਹਿਲਾ ਸਕੂਲ। ਬਹੁਤ ਸਾਰੇ ਲੋਕ ਕੋਂਡੋਜ਼ ਦੇ ਵਿੱਚ ਰਹਿੰਦੇ ਆ। ਕੋਂਡੋ ਦੇ ਵਿੱਚ ਇੱਕ ਐਲੀਮੈਂਟਰੀ ਸਕੂਲ ਬਣਾਇਆ ਜਾ ਰਿਹਾ ਅਤੇ ਇਹ ਵੀ ਅੱਜ ਗੱਲਬਾਤ ਚੱਲੀ ਹੈ ਸਾਰਾ ਦਿਨ ਕਿ ਕੈਨੇਡਾ ਦੇ ਵਿੱਚ ਜਿਹੜੀ ਓਮੀਕਰੋਨ ਵੇਰੀਐਂਟ ਦੀ ਪੀਕ ਸੀ ਉਹ ਲਗਭਗ ਲੰਘ ਚੁੱਕੀ ਆ। ਭਾਵ ਜਿੱਥੇ ਤੱਕ ਇਸ ਕੋਵਿਡ-19 ਦੀ ਇਸ ਵੇਵ ਨੇ ਜ਼ੋਰ ਲਾਉਣਾ ਸੀ ਉਹ ਲੱਗ ਗਿਆ। ਹੁਣ ਕੇਸ ਘਟਣੇ ਸ਼ੁਰੂ ਹੋ ਗਏ ਅਤੇ ਹੁਣ ਦਿਨ ਬ ਦਿਨ ਫਰਕ ਪੈਂਦਾ ਜਾਣਾ। ਅਮਰੀਕਾ ਨੇ ਬਹੁਤ ਸਾਰੀਆਂ ਚੀਨ ਦੀਆਂ ਫਲਾਈਟਾਂ ਸਸਪੈਂਡ ਕੀਤੀਆਂ। ਪਹਿਲਾਂ ਚੀਨ ਨੇ ਅਮਰੀਕਾ ਦੀਆਂ ਕੀਤੀਆਂ ਸੀ, ਹੁਣ ਅਮਰੀਕਾ ਨੇ ਚੀਨ ਦੀਆਂ ਫਲਾਈਟਾਂ ਸਸਪੈਂਡ ਕਰਨ ਦੀ ਵਿਉਂਤ ਬਣਾ ਲਈ ਹੈ। ਪੀਸ ਆਰਚ ਹਸਪੀਟਲ ਦੇ ਵਿੱਚ ਜਿਹੜਾ ਮੈਟਰਨਿਟੀ ਵਾਰਡ ਆ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਬੰਦ ਕੀਤਾ ਜਾ ਰਿਹਾ ਸੀ, ਹੁਣ ਕਿੰਨੇ ਚਿਰ ਲਈ ਖੁੱਲ੍ਹਿਆ ਰਹਿਣਾ। ਅਤੇ ਇੱਕ ਤੁਹਾਡੇ ਨਾਲ ਅੱਜ ਮੁੱਦਾ ਸਾਂਝਾ ਕਰਨਾ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਬਾਰੇ। ਲੱਗ ਰਿਹਾ ਕਿ ਇੰਟਰਸਟ ਰੇਟ ਬਹੁਤ ਜਲਦੀ ਵਧਣ ਜਾ ਰਹੇ ਆ। ਅੱਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਖਬਰ ਸਾਂਝੀ ਕੀਤੀ ਗਈ ਉਹਦੇ ਵਿੱਚ ਖਾਸ ਤੌਰ 'ਤੇ ਚਰਚਾ ਰਹੀ ਕਿ BC ਹਾਈਡਰੋ ਕਹਿ ਰਹੀ ਆ ਕਿ ਪਿਛਲੇ ਸਾਲ ਦੇ ਵਿੱਚ ਰਿਕਾਰਡ ਬ੍ਰੇਕਿੰਗ ਡਿਮਾਂਡ ਇਲੈਕਟ੍ਰੀਸਿਟੀ ਦੀ ਰਹੀ ਆ, ਚਾਹੇ ਉਹ ਗਰਮੀਆਂ ਸੀ ਅਤੇ ਚਾਹੇ ਉਹ ਸਰਦੀ ਸੀ। ਗਰਮੀਆਂ ਦੇ ਵਿੱਚ ਗਰਮੀ ਕਰਕੇ ਡਿਮਾਂਡ ਜ਼ਿਆਦਾ ਰਹੀ ਅਤੇ ਸਰਦੀਆਂ ਦੇ ਵਿੱਚ ਸਰਦੀ ਕਰਕੇ ਡਿਮਾਂਡ ਜ਼ਿਆਦਾ ਰਹੀ। ਦੱਸਿਆ ਜਾ ਰਿਹਾ ਕਿ ਇਹਦਾ ਖਾਸ ਕਾਰਨ ਇਹ ਆ ਕਿ ਲੋਕ ਘਰਾਂ ਦੇ ਵਿੱਚ ਜ਼ਿਆਦਾ ਸਮਾਂ ਬਿਤਾ ਰਹੇ ਆ। ਬਹੁਤੇ ਲੋਕ ਉਹਨਾਂ ਨੇ ਆਪਣਾ ਕੰਮਕਾਰ ਘਰਾਂ ਤੋਂ ਸ਼ੁਰੂ ਕੀਤਾ ਪਿਛਲੇ ਸਮੇਂ ਦੇ ਵਿੱਚ। ਜਦੋਂ ਦੀ ਜਿਹੜਾ ਇਹ ਪੈਂਡੈਮਿਕ ਆਈ ਆ, ਜਿੰਨਾ ਚਿਰ ਉਹ ਘਰ ਦੇ ਵਿੱਚ ਰਹਿੰਦੇ ਅਤੇ ਕੁਦਰਤੀ ਤੌਰ 'ਤੇ ਇਲੈਕਟ੍ਰੀਸਿਟੀ ਦੀ ਵਰਤੋਂ ਜ਼ਿਆਦਾ ਹੋ ਰਹੀ ਆ। ਜਦੋਂ ਸਾਰੇ ਲੋਕ ਘਰਾਂ ਦੇ ਵਿੱਚ ਬੈਠੇ ਆ ਜਾਂ ਬਹੁਤੇ ਲੋਕ ਘਰਾਂ ਦੇ ਵਿੱਚ ਬੈਠੇ ਆ ਤਾਂ ਘਰਾਂ ਦੇ ਵਿੱਚ ਇਲੈਕਟ੍ਰੀਸਿਟੀ ਦੀ ਵਰਤੋਂ ਨੇ ਓਵਰਆਲ ਲੋਡ ਪਾਇਆ ਅਤੇ ਸਾਰੇ ਪ੍ਰੋਵਿੰਸ ਦੇ ਵਿੱਚ ਬਿਜਲੀ ਦੀ ਮੰਗ ਦੇ ਵਿੱਚ ਵਾਧਾ ਹੋ ਰਿਹਾ। ਓਮੀਕਰੋਨ ਜਦੋਂ ਸਪਰੈਡ ਹੋਇਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਲੋਕਾਂ ਨੇ ਜ਼ਿਆਦਾ ਟਾਈਮ ਘਰ ਦੇ ਵਿੱਚ ਬਿਤਾਉਣਾ ਸ਼ੁਰੂ ਕੀਤਾ ਅਤੇ ਇਸ ਸਾਰੇ ਕੁਛ ਦੇ ਵਿੱਚ ਜਿਹੜੀ ਚੀਜ਼ ਨੋਟਿਸ ਕੀਤੀ ਗਈ ਆ ਕਿ ਇਲੈਕਟ੍ਰੀਸਿਟੀ ਦੀਆਂ ਹੈਬਿਟਸ ਲੋਕਾਂ ਦੀਆਂ ਬਹੁਤ ਸਾਰੀਆਂ ਬਦਲੀਆਂ। ਪੂਰੇ ਸਾਲ ਦੇ ਵਿੱਚ ਜਿਹੜਾ BC ਹਾਈਡਰੋ ਦੱਸ ਰਿਹਾ ਹੈ ਕਿ ਮੰਗ ਦੇ ਨਾਲ ਉਹਨਾਂ ਨੂੰ ਜੂਝਣਾ ਪੈ ਰਿਹਾ ਕਿਉਂਕਿ ਡਿਮਾਂਡ ਪੀਕ ਦੇ ਉੱਤੇ ਪਹੁੰਚ ਗਈ ਆ ਪਿਛਲੇ ਦਿਨਾਂ ਦੇ ਵਿੱਚ। ਮਤਲਬ ਸਾਰੇ ਸਾਲ ਦੇ ਵਿੱਚ ਜਦੋਂ ਉਹ ਸਮਾਂ ਆਉਂਦਾ ਜਦੋਂ ਬਿਜਲੀ ਸੂਬੇ ਦੇ ਵਿੱਚ ਸਭ ਤੋਂ ਵੱਧ ਵਰਤੀ ਜਾ ਰਹੀ ਹੁੰਦੀ ਆ। ਗ੍ਰੈਜੂਅਲੀ ਇਨਕਰੀਜ਼ ਜਿਹੜੀ ਆ ਉਹ ਦਿਨ ਬ ਦਿਨ ਉਸੇ ਤਰ੍ਹਾਂ ਵੱਧ ਹੀ ਰਹੀ ਆ ਕਿਉਂਕਿ ਜਿਹੜਾ ਸੂਰਜ ਦੇ ਛਿਪਣ ਦੇ ਨਾਲ ਵੀ ਬਿਜਲੀ ਦੀ ਵਰਤੋਂ ਦਾ ਸਿੱਧਾ ਸੰਬੰਧ ਜੁੜਦਾ ਆ। ਦਿਨ ਲੰਬੇ ਆ ਕਿ ਛੋਟੇ, ਇਹਦੇ ਨਾਲ ਵੀ ਬਿਜਲੀ ਦੀ ਵਰਤੋਂ ਜਿਹੜੀ ਆ ਉਹ ਨਿਰਭਰ ਕਰਦੀ ਆ ਅਤੇ ਇਹਦੇ ਉੱਤੇ ਫਰਕ ਪੈਂਦਾ। ਇਹ ਵੀ ਦੱਸਿਆ ਜਾ ਰਿਹਾ ਕਿ ਲੋਕ ਜਿਹੜੇ ਆ ਲਗਾਤਾਰ ਬਾਹਰ ਫਰੀਜ਼ਿੰਗ ਟੈਂਪਰੇਚਰ ਕਰਕੇ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਨੋ ਸੀ ਉਹਦੇ ਕਰਕੇ ਹੀਟ ਲੋਕਾਂ ਨੇ ਆਮ ਨਾਲੋਂ ਜ਼ਿਆਦਾ ਵਰਤੀ ਹੈ। ਐਕਸਟ੍ਰੀਮ ਵੈਦਰ ਦੇ ਵਿੱਚ ਜਿਹੜਾ ਦੋਵਾਂ ਪਾਸਿਓਂ ਹੀ ਲੋਕ ਇਹਦੇ ਨਾਲ ਪ੍ਰਭਾਵਿਤ ਹੋਏ ਆ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀਆਂ ਜ਼ਿਆਦਾ ਜਿਹੜੀ ਹੀਟ ਲੰਬਾ ਸਮਾਂ ਰਹਿਣ ਦੇ ਨਾਲ ਜਿਹੜੀ 19 ਜਿਹੜੇ 25 ਦੇ ਵਿੱਚੋਂ ਡੇਲੀ ਪੀਕਸ ਆ ਉਹ ਪਹੁੰਚ ਚੁੱਕੀਆਂ। BC ਹਾਈਡਰੋ ਕੀ ਕਰਦਾ, ਇਹਨਾਂ ਨੂੰ ਪਤਾ ਲੱਗਦਾ ਕਿ ਕਿੰਨੀ ਵਾਰੀ ਸਭ ਤੋਂ ਵੱਧ ਡਿਮਾਂਡ ਹੁੰਦੀ ਆ, ਉਹਦੇ ਵਿੱਚੋਂ 25 ਦੇ ਵਿੱਚੋਂ ਜਿਹੜੀਆਂ 19 ਪੀਕਸ ਆ ਉਹ ਇਸ ਵੇਲੇ ਹੋ ਚੁੱਕੀਆਂ ਆ। ਔਰ ਵਿੰਟਰ ਦੇ ਵਿੱਚ ਸੋ ਫਾਰ ਇਸ ਵੇਲੇ ਤੱਕ BC ਹਾਈਡਰੋ ਦੱਸ ਰਿਹਾ ਕਿ ਇਹਨਾਂ ਨੇ 11 ਪੀਕਸ 25 ਦੇ ਵਿੱਚੋਂ ਹੁਣ ਰਿਕਾਰਡ ਜਿਹੜੀਆਂ ਆ ਉਹ ਕਰ ਲਈਆਂ। ਨਵੇਂ ਰਿਕਾਰਡ ਬਣ ਰਹੇ ਆ ਜਿਹੜੀ ਇਲੈਕਟ੍ਰੀਸਿਟੀ ਦੀ ਵਰਤੋਂ ਦੇ। ਦੱਸਿਆ ਜਾ ਰਿਹਾ ਕਿ ਇੱਕ ਦਿਨ 5 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੋਮਵਾਰ ਦਸੰਬਰ 27 ਨੂੰ ਪਿਛਲੇ ਸਾਲ ਸਭ ਤੋਂ ਵੱਧ ਲੋਕਾਂ ਨੇ ਬਿਜਲੀ ਵਰਤੀ ਹੈ। ਆਵਰਲੀ ਪੀਕ ਦੱਸਦੇ ਆ ਕਿ 10,787 ਮੈਗਾਵਾਟ ਤੱਕ ਪਹੁੰਚ ਗਈ ਸੀ। ਸੋ ਉਹ ਸਮਾਂ ਜਿਹੜਾ ਸਭ ਤੋਂ ਜ਼ਿਆਦਾ ਇਲੈਕਟ੍ਰੀਸਿਟੀ ਦੀ ਕੰਜ਼ੰਪਸ਼ਨ ਵਾਲਾ ਸਮਾਂ 27 ਦਸੰਬਰ ਨੂੰ 5 ਤੋਂ 6 ਵਜੇ ਦੇ ਦਰਮਿਆਨ ਜਿਹੜਾ 1 ਘੰਟਾ ਸੀ ਉਹ ਦੱਸਿਆ ਜਾ ਰਿਹਾ। 2022 ਦੇ ਵਿੱਚ ਵੀ ਲਗਾਤਾਰ ਇਹ ਡਿਮਾਂਡ ਇਸੇ ਤਰ੍ਹਾਂ ਜਾਰੀ ਰਹਿਣੀ ਹੈ ਕਿਉਂਕਿ ਪੈਂਡੈਮਿਕ ਅਜੇ ਨਹੀਂ ਖਤਮ ਹੋ ਰਹੀ। ਮੌਸਮ ਵੀ ਉਸੇ ਤਰ੍ਹਾਂ ਲਗਾਤਾਰ ਖਰਾਬ ਰਹਿੰਦਾ, ਇਹਦੇ ਕਰਕੇ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਕਾਫੀ ਜ਼ਿਆਦਾ ਮੰਗ ਰਹੂਗੀ। ਔਰ BC ਹਾਈਡਰੋ ਹਾਈਐਸਟ ਪੀਕ ਲੋਡਸ ਵਿੰਟਰ ਦੇ ਵਿੱਚ ਇਹਨਾਂ ਦੇ ਕੋਲ ਹੁੰਦਾ ਆ। ਵਿੰਟਰ ਦੇ ਵਿੱਚ ਜ਼ਿਆਦਾ ਲੋਡਸ ਹੁੰਦਾ ਹੈ, ਪਰ ਕਿਉਂਕਿ ਸਮਰ ਦੇ ਵਿੱਚ ਪਿਛਲੇ ਸਾਲ ਹੀਟ ਡੋਮ ਬਣਿਆ ਔਰ ਉਹਦੇ ਵਿੱਚ 25 ਦੇ ਵਿੱਚੋਂ 19 ਜਿਹੜੀਆਂ ਟੌਪ ਸੀਗੀਆਂ ਉਹ ਆਲ ਟਾਈਮ ਸਮਰ ਦੀਆਂ ਡੇਲੀ ਪੀਕਸ ਰਿਕਾਰਡ ਕੀਤੀਆਂ ਗਈਆਂ।
ਬਿਜਲੀ ਦੀ ਵਰਤੋਂ ਘੱਟ ਕਰਨ ਦੇ ਲਈ ਜਾਂ ਇਹਦੇ ਤੋਂ ਕਿੱਦਾਂ ਬਚਿਆ ਜਾ ਸਕਦਾ, ਇਹਦੇ ਲਈ ਵੱਖਰੇ ਵੱਖਰੇ ਜਿਹੜੇ ਤਰੀਕੇ ਦੱਸੇ ਜਾ ਰਹੇ ਉਹਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਅਜੇ ਤੱਕ BC ਹਾਈਡਰੋ ਦੇ ਕੋਲ ਕੋਈ ਵੀ ਇੱਦਾਂ ਦੀ ਸਮੱਸਿਆ ਨਹੀਂ ਹੈ ਕਿ ਬਿਜਲੀ ਘੱਟ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਕਟ ਪੈਦਾ ਹੋ ਸਕਦਾ। ਪਰ ਫਿਰ ਵੀ ਜਿਹੜੀ ਉਹ ਜਾਣਕਾਰੀ ਜ਼ਰੂਰ ਸਾਂਝੀ ਕਰ ਰਹੇ ਆ ਕਿ ਇਹ ਇੱਕ ਵੱਡੀ ਤਬਦੀਲੀ ਪਿਛਲੇ ਸਮੇਂ ਦੇ ਵਿੱਚ ਆਈ ਹੈ। ਜਿੱਥੇ ਪੈਂਡੈਮਿਕ ਨੇ ਬਹੁਤ ਸਾਰੇ ਖੇਤਰਾਂ ਦੇ ਉੱਤੇ ਅਸਰ ਪਾਇਆ, ਉੱਥੇ ਇੱਕ ਵੱਡਾ ਅਸਰ ਇਸ ਖੇਤਰ ਦੇ ਵਿੱਚ ਵੀ ਪਾਇਆ ਕਿ ਘਰਾਂ ਦੇ ਵਿੱਚ ਰਹਿਣ ਕਰਕੇ ਲੋਕ ਹੀਟ ਦੀ ਜਾਂ ਦੂਜੇ ਬਿਜਲੀ ਦੇ ਉਪਕਰਨਾਂ ਦੀ ਜ਼ਿਆਦਾ ਵਰਤੋਂ ਕਰਨ ਲੱਗ ਪਏ, ਜਿਹਦੇ ਕਰਕੇ ਇਲੈਕਟ੍ਰੀਸਿਟੀ ਦੀ ਮੰਗ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਸਰੀ RCMP ਇੱਕ ਵਿਅਕਤੀ ਦੀ ਭਾਲ ਕਰ ਰਹੀ ਹੈ ਤੇ ਉਹਨਾਂ ਨੇ ਪਬਲਿਕ ਤੋਂ ਇਸ ਵਿਅਕਤੀ ਦੀ ਭਾਲ ਦੇ ਵਿੱਚ ਮਦਦ ਮੰਗੀ ਹੈ। ਇਹਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਚਾਰਜਸ ਲੱਗੇ ਆ, 15 ਤੋਂ ਜ਼ਿਆਦਾ ਚਾਰਜਸ ਆ, ਤੇ ਇਹਦੇ ਕੋਲ ਹਥਿਆਰ ਰੱਖਣ ਦੇ ਚਾਰਜਸ ਵੀ ਇਹਦੇ ਉੱਤੇ ਲਾਏ ਗਏ ਆ, ਡਰੱਗਸ ਦੇ ਚਾਰਜਸ ਵੀ ਇਹਦੇ ਉੱਤੇ ਲੱਗੇ ਆ। ਇਹਦਾ ਨਾਂ ਅਮਰਦੀਪ ਸਿੰਘ ਰਾਏ ਦੱਸਿਆ ਜਾ ਰਿਹਾ। ਇਹਨੂੰ ਅਰੈਸਟ ਕੀਤਾ ਗਿਆ ਸੀ ਪਿਛਲੇ ਸਾਲ 28 ਅਪ੍ਰੈਲ ਨੂੰ। ਜਦੋਂ ਅਰੈਸਟ ਕੀਤਾ ਉਹਦੇ ਤੋਂ ਇੱਕ ਹਫ਼ਤਾ ਬਾਅਦ ਇਹਨੂੰ ਛੱਡ ਦਿੱਤਾ ਗਿਆ ਸੀ ਕੁਝ ਕੰਡੀਸ਼ਨਸ ਦੇ ਉੱਤੇ, ਤੇ ਉਹਦੇ ਤੋਂ ਬਾਅਦ ਇਹ ਵਿਅਕਤੀ ਲੱਭ ਨਹੀਂ ਰਿਹਾ। ਕੋਰਟ ਅਪੀਅਰੈਂਸ ਦੇ ਵਿੱਚ ਵੀ ਇਹ ਨਹੀਂ ਆ ਰਿਹਾ ਤੇ ਵਾਰੰਟ ਇਹਦੇ ਇਸ਼ੂ ਕੀਤੇ ਗਏ ਆ ਇਹਨੂੰ ਗ੍ਰਿਫਤਾਰ ਕਰਨ ਦੇ ਲਈ। ਕਿਸੇ ਵੀ ਵਿਅਕਤੀ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਤੱਕ ਜ਼ਰੂਰ ਇਹ ਜਾਣਕਾਰੀ ਪਹੁੰਚਾਵੇ, ਪੁਲਿਸ ਦੀ ਮਦਦ ਕਰੇ। ਬਹੁਤ ਸਾਰੇ ਚਾਰਜ ਇਹਦੇ ਉੱਤੇ ਸੈਕਸ਼ੂਅਲ ਅਸੌਲਟ ਦੇ, ਫਿਰ ਵਿਅਕਤੀ ਦੇ ਨਾਲ ਦੂਜੇ ਨਾਲ ਲੜਨ ਦੇ, ਜਿਹੜੇ ਲੜਨ ਝਗੜਨ ਦੇ ਚਾਰਜਸ ਆ ਉਹ, ਇਸੇ ਤਰ੍ਹਾਂ ਹੀ ਜਿਹੜੇ ਆ ਨਸ਼ੇ ਦੇ ਨਾਲ ਸੰਬੰਧਿਤ ਤੇ ਹਥਿਆਰਾਂ ਦੇ ਨਾਲ ਸੰਬੰਧਿਤ ਇਹਦੇ ਉੱਤੇ ਜਿਹੜੇ 9 ਚਾਰਜ ਹਥਿਆਰਾਂ ਦੇ ਨਾਲ ਸੰਬੰਧਿਤ ਇਹਦੇ ਉੱਤੇ ਲੱਗੇ ਆ, ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਥਿਆਰ ਰੱਖਣ ਦੇ ਚਾਰਜਸ ਵੀ ਇਹਦੇ ਉੱਤੇ ਲੱਗੇ ਆ, ਤੇ ਜਿਹੜਾ ਨਸ਼ੀਲੇ ਪਦਾਰਥਾਂ ਦੇ ਵੀ 3 ਚਾਰਜ ਇਸ ਵਿਅਕਤੀ ਦੇ ਉੱਤੇ ਲੱਗੇ ਆ। ਇਹਦੀ ਪਛਾਣ ਦੱਸੀ ਗਈ ਆ ਕਿ ਇਹਦੀ ਪਛਾਣ, ਇਹਦਾ ਕੱਦ 5 ਫੁੱਟ 11 ਇੰਚ, ਪਤਲਾ ਜਿਹੜਾ ਸਰੀਰ ਆ ਇਹਦਾ, ਬਰਾਊਨ ਆਈਜ਼ ਆ, ਕਾਲੇ ਵਾਲ ਆ। ਪੁਲਿਸ ਕਹਿੰਦੀ ਆ ਕਿ ਜਿਹੜੇ ਇਹਨੂੰ ਕੋਈ ਵੀ ਇਹਦੇ ਟੈਟੂ ਖਾਸ ਕਰਕੇ ਪਛਾਣ ਇਹਦੀ ਹੈਗੀ ਆ ਕਿ ਰੋਜ਼ ਦੇ ਟੈਟੂ ਇਹਦੇ ਹੈੱਡ ਦੇ ਉੱਤੇ ਆ, ਇਹਦੀ ਗਰਦਨ ਦੇ ਉੱਤੇ ਕੁਝ ਟੈਟੂ ਬਣੇ ਆ, ਕੈਂਸਰ ਰਿਬਨ ਦਾ ਇੱਕ ਟੈਟੂ ਨੈਕ ਦੇ ਉੱਤੇ ਬਣਿਆ ਆ, ਤੇ ਇੱਕ ਟਾਈਗਰ ਦਾ ਟੈਟੂ ਇਹਦੀ ਚੈਸਟ ਦੇ ਉੱਤੇ ਬਣਿਆ ਆ। ਇਹਦੇ ਤੋਂ ਇਹਦੀ ਸੌਖੀ ਪਛਾਣ ਕੀਤੀ ਜਾ ਸਕਦੀ ਹੈ। ਜੇ ਕਿਸੇ ਨੂੰ ਇਸ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨਾਲ ਇਹ ਜਾਣਕਾਰੀ ਸਾਂਝੀ ਕਰੇ। ਇਹ ਵੀ ਦੱਸਿਆ ਜਾ ਰਿਹਾ ਕਿ ਜੇ ਤੁਸੀਂ ਇਸ ਵਿਅਕਤੀ ਨੂੰ ਕਿਤੇ ਦੇਖਦੇ ਆ ਤਾਂ ਇਹਨੂੰ ਮਿਲੋ ਨਾ, ਸਗੋਂ ਪੁਲਿਸ ਨੂੰ ਰਾਈਟ ਵੇ ਕਾਲ ਕਰ ਦਿਓ। ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਇਹਦੀ ਕਿ ਇਹ ਕਿੱਥੇ ਹੈਗਾ ਜਾਂ ਕਿੱਥੇ ਮਿਲ ਸਕਦਾ, ਤੁਸੀਂ RCMP ਨੂੰ 604 599 0502 ਦੇ ਉੱਤੇ ਦੱਸ ਸਕਦੇ ਹੋ, ਜਾਂ ਕ੍ਰਾਈਮ ਸਟਾਪਰਸ ਨੂੰ ਤੁਸੀਂ ਕਾਲ ਕਰ ਸਕਦੇ ਹੋ 1-800-222-8477। ਪੁਲਿਸ ਨੇ ਆਮ ਲੋਕਾਂ ਕੋਲੋਂ ਇਹਦੀ ਭਾਲ ਦੇ ਲਈ ਮਦਦ ਦੀ ਮੰਗ ਕੀਤੀ ਹੈ। ਇਸ ਪੈਂਡੈਮਿਕ ਦੇ ਵਿੱਚ ਪਿਛਲੇ ਸਮੇਂ ਵਿੱਚ ਵੱਖ-ਵੱਖ ਖੇਤਰਾਂ ਉੱਤੇ ਬਹੁਤ ਸਾਰੇ ਪ੍ਰਭਾਵ ਪਏ ਆ। ਏਵੀਏਸ਼ਨ ਇੰਡਸਟਰੀ ਨੂੰ ਇਸ ਸਮੇਂ ਨੇ ਖਾਸ ਤੌਰ ਦੇ ਉੱਤੇ ਪ੍ਰਭਾਵਿਤ ਕੀਤਾ। ਜਹਾਜ਼ਾਂ ਦੇ ਵਿੱਚ ਚੜ੍ਹਨ ਵਾਲੇ ਲੋਕਾਂ ਦੇ ਵਰਤਾਅ ਦੇ ਵਿੱਚ ਬਹੁਤ ਸਾਰੀ ਤਬਦੀਲੀ ਆਈ ਆ। ਲੋਕ ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਆ ਜਿਹਦੇ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੇ ਜਹਾਜ਼ ਦੇ ਅਮਲੇ ਦੇ ਨਾਲ ਕੁਝ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਿਹਨੂੰ ਮਾੜਾ ਵਿਵਹਾਰ ਕਿਹਾ ਜਾ ਸਕਦਾ। ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਬਹੁਤ ਸਾਰੇ ਪਿਛਲੇ ਸਮੇਂ ਵਿੱਚ ਸਾਹਮਣੇ ਆਏ ਆ। ਅਮਰੀਕਾ ਸਰਕਾਰ ਨੇ ਜਿਹੜੀ ਏਅਰਲਾਈਨਸ ਦਾ ਸਟਾਫ ਆ ਉਹਨੂੰ ਖਾਸ ਤੌਰ ਦੇ ਉੱਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਵੀ ਦਿੱਤੀ ਕਿ ਜੇਕਰ ਜਹਾਜ਼ ਦੇ ਵਿੱਚ ਕੋਈ ਵਿਅਕਤੀ ਤੁਹਾਡਾ ਕਹਿਣਾ ਨਹੀਂ ਮੰਨਦਾ, ਕੋਈ ਸਵਾਰੀ ਤੁਹਾਡਾ ਕਹਿਣਾ ਨਹੀਂ ਮੰਨਦੀ, ਤਾਂ ਉਹਨੂੰ ਕਿਸੇ ਤਰੀਕੇ ਦੇ ਨਾਲ ਹੈਂਡਲ ਕੀਤਾ ਜਾਵੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਜਿਹਦੇ ਵਿੱਚ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੇ ਕ੍ਰਿਊ ਦਾ ਕਹਿਣਾ ਨਹੀਂ ਮੰਨਿਆ, ਔਰ ਇੱਥੋਂ ਤੱਕ ਕਿ ਉਹਨਾਂ ਨਾਲ ਹੱਥੋਂ ਪਾਈ ਵੀ ਹੋਏ, ਧੱਕੇ ਵੀ ਉਹਨਾਂ ਨੂੰ ਮਾਰੇ, ਜਿਹਦੇ ਤੋਂ ਬਾਅਦ ਇਸ ਤਰ੍ਹਾਂ ਦੇ ਕੁਝ ਫੈਸਲੇ ਲਏ ਗਏ ਸੀ। ਔਰ ਦੱਸਿਆ ਜਾ ਰਿਹਾ ਕਿ ਜਦੋਂ ਦੀ ਪੈਂਡੈਮਿਕ ਸ਼ੁਰੂ ਹੋਈ ਹੈ, ਜਦੋਂ ਦਾ COVID-19 ਸ਼ੁਰੂ ਹੋਇਆ, ਉਹਦੇ ਤੋਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਵਾਧਾ ਹੋਇਆ। ਇੱਕ ਘਟਨਾ ਅਮਰੀਕਾ ਤੋਂ ਇੰਗਲੈਂਡ ਜਾ ਰਹੀ ਫਲਾਈਟ ਦੀ ਆ ਕਿ ਫਸਟ ਕਲਾਸ ਦੇ ਵਿੱਚ ਸਫ਼ਰ ਕਰ ਰਹੇ ਇਹ ਇੱਕ ਪੈਸੰਜਰ, ਇਹਨੇ ਮਾਸਕ ਪਾਉਣ ਤੋਂ ਨਾ ਕਰ ਦਿੱਤੀ। ਲੰਡਨ ਫਲਾਈਟ ਜਾ ਰਹੀ ਸੀ ਅਮਰੀਕਨ ਏਅਰਲਾਈਨ ਦੀ, ਬੁੱਧਵਾਰ ਰਾਤ ਦੀ ਇਹ ਗੱਲ ਆ, ਤੇ ਇਸ ਫਲਾਈਟ ਦੇ ਵਿੱਚ ਪਾਇਲਟ ਨੇ ਫਿਰ ਵਾਪਸ ਉੱਥੋਂ ਜਾਂਦੀ ਫਲਾਈਟ ਨੂੰ ਮੋੜ ਕੇ ਮਿਆਮੀ ਲੈ ਆਂਦਾ। ਉੱਥੇ ਜਹਾਜ਼ ਲੈਂਡ ਕਰ ਗਿਆ ਤੇ ਉਸ ਸਵਾਰੀ ਨੂੰ ਲਾਹ ਦਿੱਤਾ ਗਿਆ ਜਹਾਜ਼ ਦੇ ਵਿੱਚੋਂ। ਕੁਦਰਤੀ ਤੌਰ 'ਤੇ ਇਹਦੇ ਨਾਲ ਬਾਕੀ ਸਾਰਿਆਂ ਦੀ ਫਲਾਈਟ ਵੀ ਕੈਂਸਲ ਹੋਈ। ਸਾਰਿਆਂ ਨੂੰ ਇੱਕ ਬਹੁਤ ਸਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਆਪਣੇ ਆਪ ਦੇ ਵਿੱਚ ਇਹ ਬੜੀ ਅਜੀਬ ਜਿਹੀ ਖਬਰ ਆ ਕਿ ਫਲਾਈਟ ਜਾ ਰਹੀ ਆ, ਇੰਨਾ ਸਾਰਾ ਪੈਸਾ ਉਹਦੇ ਉੱਤੇ ਲੱਗਦਾ ਆ, ਔਰ ਉਹਦੇ ਤੋਂ ਬਾਅਦ ਇੱਕ ਝਗੜਾ ਹੁੰਦਾ ਜਹਾਜ਼ ਦੇ ਵਿੱਚ। ਉਹ ਝਗੜੇ ਤੋਂ ਬਾਅਦ ਪਾਇਲਟ ਫੈਸਲਾ ਕਰਦਾ ਕਿ ਜੇ ਸਾਡੇ ਸਟਾਫ ਦਾ ਇਸ ਪੈਸੰਜਰ ਨੇ ਕਹਿਣਾ ਨਹੀਂ ਮੰਨਣਾ ਤਾਂ ਅਸੀਂ ਫਲਾਈਟ ਨੂੰ ਵਾਪਸ ਲਿਜਾ ਕੇ ਉੱਥੇ ਇਸ ਜਿਹੜਾ ਇਹ ਪੈਸੰਜਰ ਸੀ ਇਹਨੂੰ ਜਹਾਜ਼ ਦੇ ਵਿੱਚੋਂ ਲਾਹ ਦੇਣਾ। ਮਿਆਮੀ ਦੀ ਘਟਨਾ ਦੱਸੀ ਜਾ ਰਹੀ ਆ
कि मियामी तो फ्लाइट गई तो उन्होंने फिर वापस उत्थे लिया गया। अमेरिकन एयरलाइन की फ्लाइट 38 जिहदे 129 यात्री सी, 14 क्रू मैंबर सी, अटलांटिक ओशन के उपर जो उड़ रही सी तो पैसेंजर नूं उन्होंने मास्क पाउण दे लई कहा। फस्ट क्लास के विच ट्रैवल कर रही औरत सी, उन्हें मास्क पाउण तो ना कर दी। मामला थोड़ा जिहा ज़्यादा उत्थे जिहड़ा ज़्यादा दोवां दे विच झगड़ा वध गया स्टाफ दे विच ते उहदे विच फ्लाइट जिहड़ी आ वो मियामी इंटरनेशनल एयरपोर्ट तो 7:40 ते शाम नूं लोकल टाइम उत्थों दा डिपार्ट कीती सी। घंटा क फ्लाइट हजे होई सी कि पायलट ने डिसाइड कर लिया जिहड़ा बोइंग 777 एयरक्राफ्ट सीगा इहनूं वापस मोड़ के मियामी लिआंदा जावे। सो अल्टीमेटली फ्लाइट जिहड़ी आ वो कैंसल हो गई तो सारे पैसेंजर्स नूं ਉਹ ਜਿਹੜੀਆਂ ਆਪਣੀ ਬੁਕਿੰਗ ਸੀ ਉਹ ਫਲਾਈਟ ਦੇ ਵਿੱਚ ਦੁਬਾਰਾ ਕਰਾਉਣੀਆਂ ਪਈਆਂ। फ्लाइट लैंड सेफली कहिंदे उत्थे लैंड कर गई है। लोकल ला इनफोर्समेंट के नाल उन्हें संपर्क किया तो पुलिस उत्थे आके उन्होंने लैके चले गई, हालांकि उन्होंने गिरफ्तार नहीं किया गया। इस मामले के बहुत सारे लोग जोड़े उन्होंने क्रू का धन्नवाद किया कि उन्होंने जिस तरीके का प्रोफैशनलिज्म दिखाया तो जिस तरह उन्होंने जोड़े लोग सी उन्होंने हुई असुविधा के लिए माफ़ी मंगी है। अमेरिकन एयरलाइंस ने एक अपनी स्टेटमेंट के विच ये गल कही है कि जिहड़ा फ्लाइट के विच ये पैसेंजर सी, ये औरत सी, इन्हें काफ़ी गलत व्यवहार किया, गलत शब्द फ्लाइट के क्रू नूं बोले। जिहड़े कुछ लोग उस फ्लाइट के सफ़र कर रहे थे वो कदे फस्ट क्लास के साडे पिछे बैठी है औरत लगभग क्रू नूं गालां कढ़ रही सी। वो कहते असीं उन्हां नूं जिहड़ा स्टाफ सीगा उन्हें कई तरह के मास्क ऑफर किए कि तुसीं आह मास्क नहीं तो आह मास्क पा लो, पर उन्हें कहा कोई भी मास्क ठीक नहीं है तो उन्हें मास्क पाउण तो ना कर दी। लगातार वो मास्क संबंधी अपनी कंप्लेंट करती रही। ये तो बाद फिर इस फ्लाइट नूं पायलट वापस लाया तो थर्सडे नूं फिर पुलिस नाल उत्थे जो कॉन्टैक्ट किया अमेरिकन एयरलाइन ने इस डिस्ट्रप्टिव फीमेल पैसेंजर के बारे जी मास्क पाउण तो ना कर रही सी। दस्सिया जा रहा है कि उन्होंने गिरफ्तार तो नहीं किया गया पर उन्होंने नो फ्लाई लिस्ट के पा दिता कि भाव ये औरत अगे तो कदे भी फ्लाई नहीं कर सकती। पूरी फ्लाइट का वापस आना एक औरत नाल झगड़े के संबंध विच ये अपने आप के बहुत वड्डी गल आ। पर इत्थे ये भी दस्सणयोग आ कि अमेरिका दे विच बहुत सारे लोग एक बहुत वड्डी धिर इहो जी आ जिन्होंने सड़कों के उत्ते उतर के प्रदर्शन भी किया सी। मास्क नाल संबंधित मैंडेट्स नूं लैके जिहड़े वैक्सीन का भी विरोध करते हैं, मास्क का भी विरोध करते हैं। इस औरत का उन्होंने नाल कोई संबंध है या नहीं ये बारे गल स्पष्ट नहीं हुई, पर इस औरत के मास्क ना पाउण करके एक पूरी पूरी फ्लाइट वापस उस थां दे उत्ते आई जिथों ये चली सी। कैनेडा के बहुत सारे इलाकों के घरां दीयां वधदियां कीमतां हमेशा ही चर्चा का विषय रहिंदियां। घरां दीयां वधदियां कीमतां का एक मसला लॉकलैंड का होना मन्निया जांदा कि जिहड़ी कुछ शहरां दे विच जगह सीमित आ, लोग उहदे नेड़े तेड़े रहना चाहुंदे आ। जदों सिंगल फैमिली होम्स उत्थे नहीं बनते तो उहदे तो बाद कॉन्डोज बनने शुरू होंदे आ, भाव उस लैंड के उत्ते कई मंजिला इमारतां बनदियां जिहदे विच लोग रहना शुरू कर दिंदे आ। उन्हां इमारतां दे विच रहिंदे लोकां दे लई फिर उस तरह दीयां सहूलतां भी चाहीदियां हुंदियां ते जिहदे करके हुण नवें नियम सामने आ रहे आ। एक टोरंटो की जिहड़ी खबर वो सामने आ रही है जिहदे विच दस्सिया जा रहा है कि नवां एलीमेंटरी स्कूल बहुत जल्दी एक कॉन्डो बिल्डिंग के अंदर टोरंटो के वाटर फ्रंट के नेड़े बनन जा रहा। पहला कदे प्रोविंस दे विच इदां नहीं होया। स्कूल हमेशा जमीन के उत्ते बनते आ, भावें किसी कॉन्डो के नेड़े होवे, किसी अपार्टमेंट बिल्डिंग के नेड़े होण, पर प्रोविंस दे विच पहली बारी हो रहा कि एक कॉन्डो बिल्डिंग दे विच स्कूल बन रहा। फोर्ड सरकार ने यह अनाउंस किया है $44 मिलियन की इन्वेस्टमेंट एक प्रोजैक्ट के विच शुक्रवार नूं, और ये दस्सिया जा रहा है कि लोअर योंग प्रैक्सिट एलीमेंटरी स्कूल जिहड़ा कि पहला अपने आप का प्रोविंस के विच स्कूल होऊगा। उस कॉन्डो के विच बहुत सारे परिवार रहिंदे आ, हाई डेंसिटी अर्बन कम्यूनिटीज़ आ, संघनी पॉपूलेशन आ उत्थे लोकां दी, ते उन्हां दे बच्चिआं ने किते ना किते नेड़े तेड़े स्कूल दे विच जाना। ते सरकार ये चाहुंदी आ कि उन्हां दे लई एक सेफ वातावरण, एक सुरक्षित वातावरण होवे, इन्हां कम्यूनिटीज़ दे नेड़े होवे, ते उहदा हल इक्को एक लभ्या जा रहा कि उस कॉन्डो बिल्डिंग दे विच ही स्कूल बना दिता जावे। जिहड़े उत्थों दे एजुकेशन मिनिस्टर आ स्टीफन लीस, उन्होंने ये गलबात दसी है कि एक नवा यह वर्टिकल स्कूल अपने आप का किस्म का पहला स्कूल जोड़ा होगा जिहदे 455 स्टूडेंट्स पढ़ सकते होणगे। 3rd फ्लोर के उत्ते इस कॉन्डो प्रोजैक्ट के विच ये बन जा रहा। हार्वर्ड स्ट्रीट के उत्ते चाइल्ड केयर सेंटर ये होऊगा जिन्हों 2nd फ्लोर के उत्ते बनाया जाऊगा। स्कूल जो यदी आस की जा रही है कि स्कूल 2024-25 वाले स्कूल ईयर के दौरान खुल जाऊगा। ये अपने आप के बहुत वड्डी विद्यार्थियों के लिए खबर दसी जा रही है। लोग बहुत एक्साइटेड ने ये। टोरंटो स्कूल डिस्ट्रिक्ट बोर्ड एक नवीं इस इनोवेटिव अर्बन स्कूल मॉडल के नाल आ रहा।
हो सकता आने वाले समय ਦੇ ਵਿੱਚ ਜਿਹੜਾ ਇਹ ओंटारियो टोरंटो ਦੇ ਵਿੱਚ कॉन्डो बिल्डिंग ਦੇ ਵਿੱਚ ਸਕੂਲ ਬਣ ਰਿਹਾ ਇਸ ਮਾਡਲ ਨੂੰ ਬਾਕੀ ਕੈਨੇਡਾ ਦੇ ਵਿੱਚ ਵੀ ਫੋਲੋ ਕੀਤਾ ਜਾਵੇ ਕਿਉਂਕਿ ਜਿੱਥੇ ਜਿੱਥੇ ਸੰਘਣੀ ਆਬਾਦੀ ਆ ਜਿੱਥੇ ਜਿੱਥੇ ਇਹ ਬਿਲਡਿੰਗਸ ਅਜੇ ਬਣਨੀਆਂ ਆ ਜਦੋਂ ਵੀ ਕਿਤੇ ਲੋਕਾਂ ਦੀ ਪਾਪੂਲੇਸ਼ਨ ਵੱਧਦੀ ਆ ਬਹੁਤ ਸਾਰੇ ਲੋਕ ਇੱਕ ਥਾਂ ਦੇ ਉੱਤੇ ਆਉਂਦੇ ਆ ਉੱਥੇ ਉਹਨਾਂ ਨਾਲ ਸੰਬੰਧਿਤ ਫੈਸਿਲਿਟੀਜ਼ ਦੇਣੀਆਂ ਸਰਕਾਰ ਦਾ ਫਰਜ਼ ਹੁੰਦਾ ਤੇ ਉਹ ਫੈਸਿਲਿਟੀਜ਼ ਦੇਣ ਦੇ ਲਈ ਕਿਤੇ ਨਾ ਕਿਤੇ ਜਗ੍ਹਾ ਚਾਹੀਦੀ ਹੈ ਜਗ੍ਹਾ ਦੀ ਇਹਨਾਂ ਸ਼ਹਿਰਾਂ ਦੇ ਵਿੱਚ ਘਾਟ ਆ ਰਹਿਣਾ ਬਹੁਤ ਸਾਰੇ ਲੋਕ ਇਹਨਾਂ ਥਾਵਾਂ ਦੇ ਉੱਤੇ ਹੀ ਚਾਹੁੰਦੇ ਆ ਤੇ ਫਿਰ ਉਹਦਾ ਇੱਕ ਹੱਲ ਇੱਕ ਨਵੀਂ ਇਨੋਵੇਸ਼ਨ ਟੋਰੰਟੋ ਦੇ ਵਿੱਚ ਕੌਂਡੋ ਬਿਲਡਿੰਗ ਦੇ ਵਿੱਚ ਸਕੂਲ ਤੇ ਜਿਹੜੇ ਗਰੋ ਕਰ ਰਹੇ ਬਹੁਤ ਸਾਰੇ ਟੋਰੰਟੋ ਵਰਗੇ ਹੋਰ ਸਿਟੀਜ਼ ਆ ਉਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸਿਰਜਣਾਤਮਕ ਅਪਰੋਚ ਆ ਯੂਨੀਕ ਅਪਰੋਚ ਆ ਸਕੂਲਾਂ ਲਈ ਥਾਂ ਲੱਭਣ ਦੇ ਲਈ ਇੱਕ ਨਵੀਂ ਗੱਲਬਾਤ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਅਸੀਂ ਚਾਹੁੰਦੇ ਜਿਹੜੇ ਮੇਅਰ ਉੱਥੋਂ ਦੇ ਜੌਨ ਟੋਰੀ ਕਹਿ ਰਹੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਸਿਟੀ ਦੇ ਵਿੱਚ ਜਿਹੜੀ ਨੇਬਰਹੁੱਡਸ ਆ ਉੱਥੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਬਣਨ ਤੇ ਲੋਕਾਂ ਨੂੰ ਇੱਕ ਸੁਰੱਖਿਅਤ ਵਾਤਾਵਰਨ ਮਿਲ ਸਕੇ ਜਿੱਥੇ ਉਹਨਾਂ ਦੇ ਘਰਾਂ ਦੇ ਨੇੜੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਪੜ੍ਹ ਸਕਣ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋ ਗਿਆ ਤਾਂ ਉਹਦੇ ਤੋਂ ਬਾਅਦ ਇਸ ਤਰ੍ਹਾਂ ਦੇ ਹੋਰ ਲੋਕੇਸ਼ਨਸ ਦੇ ਉੱਤੇ ਵਿੱਦਿਆ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਸੰਘਣੀ ਵਸੋਂ ਬਾਰੇ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਸਕੂਲ ਬਣਨਗੇ ਇਸ ਗੱਲ ਦੀ ਆਸ ਕੀਤੀ ਜਾ ਰਹੀ ਆ ਤੇ ontario ਸਰਕਾਰ ਦੀ ਕਮਿਟਮੈਂਟ ਆ $14 ਬਿਲੀਅਨ ਸਕੂਲ ਕੰਸਟਰਕਸ਼ਨ ਸਪੋਰਟ ਦੇ ਲਈ ਅਗਲੇ 10 ਸਾਲਾਂ ਦੇ ਵਿੱਚ ਦੇਣ ਦਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਪ੍ਰੋਵਿੰਸ ਵਾਈਡ ਜਿਹੜੀ 600 ਮਿਲੀਅਨ ਇਨਵੈਸਟਮੈਂਟ ਆ ਨਵੇਂ ਸਕੂਲਸ ਤੇ ਚਾਈਲਡ ਕੇਅਰ ਸਪੇਸਿਸ ਦੇ ਵਿੱਚ ਇਨਵੈਸਟ ਕਰਨ ਦੇ ਲਈ ਉਹਦੇ ਲਈ ਵੀ ਸਰਕਾਰ ਵਚਨਬੱਧ ਆ ਇਸ ਇਨੀਸ਼ੀਏਟਿਵ ਦਾ ਇਸ ਲਏ ਗਏ ਇੱਕ ਇਸ ਨਵੀਂ ਕੀਤੀ ਗਈ ਸ਼ੁਰੂਆਤ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਤੇ ਨਾਲ ਨਾਲ ਸਰਕਾਰ ਦੀ ਸਿਫਤ ਵੀ ਹੋ ਰਹੀ ਹੈ ਕਿ ਉਹ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਯਤਨ ਕਰ ਰਹੀ ਹੈ ਕੋਵਿਡ-19 ਦੀ ਇਸ ਪੈਂਡੈਮਿਕ ਨੂੰ ਸ਼ੁਰੂ ਹੋਏ ਨੂੰ ਲਗਭਗ 2 ਸਾਲ ਹੋ ਚੁੱਕੇ ਆ ਅੱਜ ਦੇ ਦਿਨ ਅਮਰੀਕਾ ਦੇ ਵਿੱਚ ਪਹਿਲੀ ਮੌਤ ਕੋਵਿਡ-19 ਦੇ ਨਾਲ ਹੋਈ ਸੀ ਤੇ 2 ਸਾਲਾਂ ਬਾਅਦ ਉੱਥੇ ਲਗਾਤਾਰ ਕੇਸਾਂ ਦੇ ਵਿੱਚ ਵਾਧਾ ਜ਼ਰੂਰੀ ਹੈ ਤੇ ਜਿੰਨੇ ਕੇਸ ਅਮਰੀਕਾ ਦੇ ਵਿੱਚ ਅੱਜ ਆ ਰਹੇ ਆ ਉਹ ਪਹਿਲਾਂ ਕਦੇ ਰਿਪੋਰਟ ਨਹੀਂ ਕੀਤੇ ਗਏ ਕੈਨੇਡਾ ਦੀ ਲਗਭਗ ਇਹੋ ਜਿਹੀ ਹਾਲਤ ਆ ਪਰ ਇਸ ਵੇਲੇ ਕਿਉਂਕਿ ਕੈਨੇਡਾ ਦੇ ਵਿੱਚ ਵੀ 2 ਸਾਲ ਦੇ ਲਗਭਗ ਇਸ ਪੈਂਡੈਮਿਕ ਨੂੰ ਹੋ ਚੁੱਕੇ ਆ ਲੋਕਾਂ ਦਾ ਇੱਕ ਬਹੁਤ ਵੱਡਾ ਸਵਾਲ ਆ ਕਿ ਕੀ ਹੁਣ ਅਸੀਂ ਪੀਕ ਨੂੰ ਕ੍ਰਾਸ ਕਰ ਚੁੱਕੇ ਹਾਂ ਜਾਂ ਘੱਟੋ ਘੱਟ ਅਸੀਂ ਓਮੀਕਰੋਨ ਦੀ ਪੀਕ ਨੂੰ ਕ੍ਰਾਸ ਕਰ ਚੁੱਕੇ ਹਾਂ ਭਾਵ ਕੀ ਆ ਕਿ ਜੇ ਕੋਵਿਡ-19 ਸ਼ੁਰੂ ਹੋਇਆ ਕੋਈ ਬਿਮਾਰੀ ਸ਼ੁਰੂ ਹੁੰਦੀ ਆ ਉਹ ਇੱਕ ਵਾਰੀ ਆਪਣੇ ਸਿਖਰ ਦੇ ਉੱਤੇ ਜਾਂਦੀ ਹੈ ਤੇ ਸਿਖਰ ਦੇ ਉੱਤੇ ਜਾਣ ਤੋਂ ਬਾਅਦ ਉਹ ਫਿਰ ਥੱਲੇ ਨੂੰ ਆਉਂਦੀ ਹੈ ਤੇ ਥੱਲੇ ਨੂੰ ਆ ਕੇ ਖਤਮ ਹੋ ਜਾਂਦੀ ਹੈ ਲੋਕਾਂ ਦਾ ਬਹੁਤ ਵੱਡਾ ਸਵਾਲ ਆ ਕਿ ਕੀ ਇਸ ਕੋਵਿਡ-19 ਦੀ ਸਿਖਰ ਆ ਚੁੱਕੀ ਆ ਜੋ ਇਹਨੇ ਬਰਬਾਦੀ ਤਬਾਹੀ ਕਰਨੀ ਸੀ ਉਹ ਹੋ ਗਈ ਆ ਹੁਣ ਇੱਕ ਇੱਕ ਦਿਨ ਕਰਕੇ ਇਹ ਸਾਰਾ ਕੁਝ ਠੀਕ ਹੋਣਾ ਆ ਉਧਰਲੇ ਪਾਸੇ ਨੂੰ ਜਾਣਾ ਆ ਜਾਂ ਇਹ ਸਾਰਾ ਕੁਝ ਅਜੇ ਹੋਰ ਵਧਣਾ ਆ ਤੇ ਅਜੇ ਹੋਰ ਤਬਾਹੀ ਦੇ ਮੰਜ਼ਰ ਲੋਕਾਂ ਨੇ ਦੇਖਣੇ ਆ ਉਹਦੇ ਤੋਂ ਬਾਅਦ ਇਹਨੇ ਥੱਲੇ ਵੱਲ ਜਾਣਾ ਸ਼ੁਰੂ ਹੋਣਾ ਇਸ ਗੱਲ ਦਾ ਜਵਾਬ ਵਿਗਿਆਨੀਆਂ ਕੋਲ ਅਜੇ ਤੱਕ ਨਹੀਂ ਹੈ ਪਰ ਜਿਹੜਾ ਆ ਓਮੀਕਰੋਨ ਵੇਰੀਐਂਟ ਆਇਆ ਸਾਡੇ ਕੋਲ ਰੀਸੈਂਟ ਵੇਵ ਆਈ ਆ ਕੋਵਿਡ-19 ਦੇ ਇੱਕ ਵੇਰੀਐਂਟ ਓਮੀਕਰੋਨ ਦੀ ਇਹਦੇ ਬਾਰੇ ਜਿਹੜੇ ਕੈਨੇਡਾ ਦੇ ਟੌਪ ਡਾਕਟਰ ਆ ਉਹ ਕਹਿ ਰਹੇ ਆ ਕਿ ਸਾਨੂੰ ਲੱਗਦਾ ਆ ਕਿ ਇਹਦੀ ਪੀਕ ਆ ਚੁੱਕੀ ਆ ਭਾਵ ਇਹਨੇ ਜਿੱਥੇ ਤੱਕ ਜਾਣਾ ਸੀ ਜੋ ਕੁਛ ਇਹਦੀ ਵੱਧ ਤੋਂ ਵੱਧ ਕੇਸ ਆਉਣੇ ਸੀ ਡੈਥਸ ਆਉਣੀਆਂ ਸੀ ਉਹ ਆ ਚੁੱਕੀਆਂ ਆ ਹੁਣ ਇਹਦੇ ਤੋਂ ਬਾਅਦ ਹਾਲਾਤ ਇੱਕ ਇੱਕ ਦਿਨ ਕਰਕੇ ਜਿੱਦਾਂ ਜਿੱਦਾਂ ਦਿਨ ਲੰਘੀ ਜਾਣੇ ਆ ਹਾਲਾਤ ਠੀਕ ਹੋਈ ਜਾਣੇ ਆ ਕੈਨੇਡਾ ਦੇ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥਰੇਸਾ ਟੈਮ ਨੇ ਇਹ ਗੱਲਬਾਤ ਕਹੀ ਆ ਕਿ ਪੂਰੀ ਕੋਵਿਡ-19 ਦੀ ਜਿਹੜੀ ਇਹ ਓਮੀਕਰੋਨ ਦਾ ਹਾਈਐਸਟ ਲੈਵਲ ਆ ਉਹ ਜਿਹੜਾ ਆ ਇਸ ਵੇਲੇ ਲੰਘ ਚੁੱਕਿਆ ਹੈ ਹਾਲਾਂਕਿ ਹੌਸਪੀਟਲਾਈਜੇਸ਼ਨ ਲਗਾਤਾਰ ਜਾਰੀ ਹੈ ਪੂਰੇ ਸਿਸਟਮ ਦੇ ਉੱਤੇ ਸਿਸਟਮ ਪੂਰੇ ਪ੍ਰੈਸ਼ਰ ਦੇ ਵਿੱਚ ਆ ਲਗਾਤਾਰ ਜਿਹੜੇ ਇਹ ਆ ਰਹੇ ਆ ਮਰੀਜ਼ ਇਹਨਾਂ ਦੇ ਨਾਲ ਸੋ ਜਿਹੜੀ ਮਾਡਲਿੰਗ ਸਰਕਾਰ ਜਾਂ ਜਿਹੜੇ ਸਾਇੰਟਿਸਟ ਜਾਂ ਜਿਹੜੇ ਡਾਕਟਰ ਟੌਪ ਦੇ ਨੇ ਉਹ ਦਿੰਦੇ ਨੇ ਮਾਡਲਿੰਗ ਦਾ ਅਰਥ ਕੀ ਆ ਕਿ ਦੱਸਦੇ ਆ ਕਿ ਪਿਛਲੇ ਸਮੇਂ ਦਾ ਅੰਦਾਜ਼ਾ ਲਾ ਲੈਂਦੇ ਕਿ ਇਹਦੇ ਨਾਲ ਇੰਨੇ ਮਰੀਜ਼ ਆਏ ਸੀ ਇੱਥੇ ਇੰਨੇ ਮਰੀਜ਼ ਆਏ ਸੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਮਰੀਜ਼ ਆ ਸਕਦੇ ਆ ਉਹ ਮਾਡਲਿੰਗ ਇਸ ਵੇਲੇ ਸੁਜੈਸਟ ਕਰ ਰਹੀ ਆ ਕਿ ਪਿਛਲੇ ਹਫ਼ਤਿਆਂ ਦੇ ਵਿੱਚ ਜਿਹੜੀਆਂ ਅਪਡੇਟਸ ਆ ਰਹੀਆਂ ਉਹ ਇੰਡੀਕੇਟ ਕਰ ਰਹੀਆਂ ਕਿ ਅਸੀਂ ਓਮੀਕਰੋਨ ਵੇਰੀਐਂਟ ਦੀ ਪੀਕ ਨੂੰ ਕ੍ਰਾਸ ਕਰ ਚੁੱਕੇ ਹਾਂ ਨੈਸ਼ਨਲ ਲੈਵਲ ਦੇ ਉੱਤੇ ਹੋ ਸਕਦਾ ਕੁਝ ਪ੍ਰੋਵਿੰਸ ਦੇ ਵਿੱਚ ਇਹ ਹਜੇ ਵੀ ਕੇਸ ਵੱਧ ਰਹੇ ਹੋਣ ਪਰ ਜੇਕਰ ਪੂਰੇ ਕੈਨੇਡਾ ਦਾ ਹਿਸਾਬ ਕਿਤਾਬ ਲਾ ਕੇ ਦੇਖਿਆ ਜਾਵੇ ਤਾਂ ਉਹਦੇ ਤੋਂ ਬਾਅਦ ਇਹ ਗੱਲ ਸਮਝ ਆਉਂਦੀ ਆ ਕਿ ਇਹ ਆਪਣੀ ਉਸ ਪੀਕ ਨੂੰ ਡੇਲੀ ਕੇਸਿਸ ਕਾਊਂਟਸ ਨੂੰ ਟੈਸਟ ਦੀ ਪੋਜ਼ਿਟਿਵਿਟੀ ਨੂੰ ਬਾਕੀ ਚੀਜ਼ਾਂ ਦੇ ਵਿੱਚ ਜਿੰਨੀ ਸੀਗੀ ਇਹ ਕ੍ਰਾਸ ਕਰ ਚੁੱਕਿਆ ਆ ਇਹਦਾ ਟ੍ਰੈਂਡ ਹੁਣ ਰਾਸ਼ਟਰੀ ਪੱਧਰ ਦੇ ਉੱਤੇ ਥੱਲੇ ਨੂੰ ਜਾਊਗਾ ਇਹ ਵੀ ਦੱਸਿਆ ਜਾ ਰਿਹਾ ਕਿ ਰਾਸ਼ਟਰੀ ਪੱਧਰ ਦੇ ਉੱਤੇ ਕੈਨੇਡਾ ਦੇ ਪੂਰੇ ਸਾਰੇ ਕੈਨੇਡਾ ਦੇ ਵਿੱਚ ਡੇਲੀ ਕੇਸ ਕਾਊਂਟ 28% ਘਟ ਗਿਆ ਪਿਛਲੇ ਹਫ਼ਤੇ ਦੇ ਮੁਕਾਬਲੇ ਸੋ ਜੇਕਰ 28% ਘਟ ਗਿਆ
ਹੋ ਸਕਦਾ ਆਉਣ ਵਾਲੇ ਹਫ਼ਤੇ ਦੇ ਵਿੱਚ ਹੋਰ ਘਟ ਜਾਵੇ ਤੇ ਹੌਲੀ ਹੌਲੀ ਇਹ ਸਾਰਾ ਕੁਝ ਠੀਕ ਹੋ ਜਾਵੇ। ਤੇ ਜਿਹੜੀ ਗੱਲ ਡਾਕਟਰ ਥਰੇਸਾ ਟਾਈਮ ਕਹਿ ਰਹੇ ਆ ਕਿ ਇਹਦੀ ਪੀਕ, ਇਹਦੇ ਜਿੰਨੇ ਮੈਕਸੀਮਮ ਕੇਸ ਆਉਣੇ ਸੀ ਉਹ ਹੁਣ ਤੱਕ ਆ ਚੁੱਕੇ ਆ। ਹਾਲਾਂਕਿ ਵਾਰਨਿੰਗ ਇਹ ਵੀ ਦਿੱਤੀ ਗਈ ਆ ਕਿ ਜਿਹੜੀ ਲੈਬ ਟੈਸਟਿੰਗ ਆ ਉਹ ਇਹਦੇ ਫੈਲਣ ਦੇ ਨਾਲ ਬਰਾਬਰ ਨਹੀਂ ਕੀਤੀ ਜਾ ਸਕਦੀ ਜਿੰਨੀ ਤੇਜ਼ੀ ਦੇ ਨਾਲ ਓਮੀਕਰੋਨ ਵੇਰੀਐਂਟ ਜਿਹੜਾ ਇਹ ਫੈਲ ਰਿਹਾ ਹੈ। ਡਾਕਟਰ ਥਰੇਸਾ ਟਾਈਮ ਨੇ ਇਹ ਵੀ ਗੱਲਬਾਤ ਦੱਸੀ ਆ ਕਿ ਜਿਹੜਾ ਟੈਸਟ ਪੋਜ਼ਿਟਿਵਿਟੀ ਆ ਉਹ 22% ਦੇ ਉੱਤੇ ਆ ਤੇ 7 ਦਿਨ ਦੀ ਐਵਰੇਜ ਡੇਲੀ ਕੇਸ ਕਾਊਂਟ ਦੀ ਆਲਮੋਸਟ 27,000 ਇਸ ਵੇਲੇ ਦੇਸ਼ ਦੇ ਵਿੱਚ ਦੱਸੀ ਜਾ ਰਹੀ ਹੈ। ਕਰੰਟ ਵੇਵ ਜਿਹੜੀ, ਕਿਉਂਕਿ ਇਹਦੀਆਂ ਲਗਾਤਾਰ ਵੇਵਜ਼ ਆਈਆਂ, ਇੱਕ ਵਾਰੀ ਇਹ ਕੋਵਿਡ ਆਉਣਾ ਸ਼ੁਰੂ ਹੁੰਦਾ ਉਹਦੇ ਤੋਂ ਬਾਅਦ ਵੱਧਦਾ ਆ, ਲਗਾਤਾਰ ਕੇਸ ਵੱਧਦੇ ਆ, ਫਿਰ ਘਟਣੇ ਸ਼ੁਰੂ ਹੋ ਜਾਂਦੇ, ਉਹਦੇ ਤੋਂ ਬਾਅਦ ਫਿਰ ਦੂਜੀ ਵੇਵ ਆਉਂਦੀ ਆ, ਫਿਰ ਤੀਜੀ ਵੇਵ ਆਉਂਦੀ ਆ। ਇਸੇ ਤਰ੍ਹਾਂ ਜਿਹੜੀ ਇਹ ਓਮੀਕਰੋਨ ਵੇਰੀਐਂਟ ਦੀ ਵੇਵ ਆਈ ਆ ਇਹ ਆਪਣੀ ਪੀਕ ਨੂੰ ਪਾਸ ਕਰ ਚੁੱਕੀ ਆ ਤੇ ਕੈਨੇਡਾ ਦੇ ਵਿੱਚ ਹੁਣ ਹਾਲਾਂਕਿ ਸਟ੍ਰੇਨ ਹੈਗੀ ਆ ਸਿਸਟਮ ਦੇ ਉੱਤੇ। ਪਿਛਲੇ ਹਫ਼ਤੇ ਦੱਸਿਆ ਜਾ ਰਿਹਾ ਕਿ 10,000 ਲੋਕ ਜਿਹੜੇ ਆ ਕੋਵਿਡ-19 ਦੇ ਨਾਲ ਟਰੀਟ ਕੀਤੇ ਗਏ ਆ ਹੌਸਪੀਟਲ ਦੇ ਵਿੱਚ ਲਗਭਗ ਰੋਜ਼ਾਨਾ, ਤੇ ਜਿਹੜੇ ਡੇਲੀ ਪੀਕ ਸੀਗੀ ਉਹਨੂੰ ਇਹਨਾਂ ਨੇ ਸਰਪਾਸ ਕਰ ਲਿਆ। ਤੇ ਇਹਦੇ ਵਿੱਚ 1100 ਲੋਕ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਵੀ ਸੀਗੇ ਜਿਹੜੇ ਕਿ ਜਿਹੜੀ ਥਰਡ ਵੇਵ ਦੇ ਨਾਲੋਂ ਵੀ ਹਾਇਰ ਦੱਸੇ ਜਾ ਰਹੇ ਆ। ਇਹ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਇਹਦਾ ਇੱਕੋ ਇੱਕ ਹੱਲ ਹੁਣ ਤੱਕ ਜਿਹੜਾ ਪਤਾ ਲੱਗਿਆ ਉਹ ਵੈਕਸੀਨੇਸ਼ਨ ਆ। ਜਿੰਨੀ ਵੈਕਸੀਨੇਸ਼ਨ ਜ਼ਿਆਦਾ ਕਰਵਾਈ ਜਾਊਗੀ, ਜਿੰਨੇ ਦੇ ਬੂਸਟਰ ਸ਼ਾਟਸ ਜ਼ਿਆਦਾ ਲਏ ਜਾਣਗੇ, ਉਨਾ ਜ਼ਿਆਦਾ ਇਹਦੇ ਨਾਲ ਇਮਿਊਨਿਟੀ ਬਣੂਗੀ ਤੇ ਉਨਾ ਜ਼ਿਆਦਾ ਇਹ ਜਿਹੜਾ ਹੈਗਾ ਇਹਨੂੰ ਪੂਰੇ ਦੇ ਪੂਰੇ ਕੋਵਿਡ-19 ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੂਗੀ। ਤੇ ਜਿੰਨਾ ਤੁਸੀਂ ਆਪਣਾ ਵਿਚਾਰ ਰੱਖ ਸਕਦੇ ਆ, ਪੂਰੇ ਜਿਹੜੇ ਐਕਸਪਰਟ ਆ ਉਹ ਦੱਸ ਰਹੇ ਆ ਕਿ ਇਸ ਵੇਲੇ ਦੁਨੀਆ ਇਹਦੇ ਨਾਲ ਜੂਝ ਰਹੀ ਆ। ਤੇ ਇਹ ਹੁਣ ਅਗਲਾ ਸਵਾਲ ਇਹਦਾ ਪੈਦਾ ਹੁੰਦਾ ਕਿ ਜੇ ਓਮੀਕਰੋਨ ਦੀ ਇਹ ਪੀਕ ਤੋਂ ਲੰਘ ਗਈ ਆ, ਇਸ ਵੇਲੇ ਸਾਰਾ ਕੁਝ 28% ਕੇਸ ਪਿਛਲੇ ਹਫ਼ਤੇ ਦੇ ਵਿੱਚ ਘਟ ਗਿਆ, ਵੀ ਹੁਣ ਪੱਕੇ ਹੀ ਘਟੇ ਰਹਿਣਗੇ ਜਾਂ ਮੁੜ ਕੇ ਫੇਰ ਇਹ ਵੱਧ ਸਕਦੇ ਆ ਕਿ ਇੱਕ ਹੋਰ ਵੇਰੀਐਂਟ ਆ ਜਾਵੇ ਇਹਦਾ ਕੋਵਿਡ-19 ਦਾ, ਜਾਂ ਇੱਕ ਹੋਰ ਵੇਵ ਸ਼ੁਰੂ ਹੋ ਜਾਵੇ, ਫਿਰ ਉਹ ਪੀਕ ਦੇ ਉੱਤੇ ਜਾਵੇ ਤਾਂ ਫਿਰ ਜਿਹੜੇ ਇਹ ਘਟਨੇ ਸ਼ੁਰੂ ਹੋਣ। ਇਹਦੇ ਬਾਰੇ ਹੀ ਕਿਹਾ ਜਾ ਰਿਹਾ ਕਿ ਕਿਹਾ ਕੁਛ ਨਹੀਂ ਜਾ ਸਕਦਾ, ਪਰ ਇੱਕੋ ਇੱਕ ਹੱਲ ਹੈਗਾ ਕਿ ਜਿੰਨੀ ਜ਼ਿਆਦਾ ਵੈਕਸੀਨੇਸ਼ਨ ਹੋਊਗੀ, ਜਿੰਨੇ ਜ਼ਿਆਦਾ ਬੂਸਟਰ ਸ਼ਾਟਸ ਲੱਗ ਜਾਣਗੇ, ਉਹਨਾਂ ਜ਼ਿਆਦਾ ਚਾਂਸਸ ਘੱਟ ਆ ਤੁਹਾਡੇ ਹੌਸਪੀਟਲ ਦੇ ਵਿੱਚ ਜਾਣ ਦੇ ਤੇ ਬਿਮਾਰ ਹੋਣ ਦੇ। ਬੂਸਟਰ ਸ਼ਾਟ ਬਹੁਤ ਸਟਰੋਂਗ ਇਮਿਊਨਿਟੀ ਪ੍ਰੋਵਾਈਡ ਕਰ ਰਹੀ ਹੈ। ਇਸ ਵੇਲੇ ਇਹ ਗੱਲਬਾਤ ਸਾਹਮਣੇ ਆ ਰਹੀ ਹੈ, ਬੂਸਟਰ ਸ਼ਾਟ ਦੇ ਨਾਲ ਇਹਦੇ ਤੋਂ ਬਚਿਆ ਜਾ ਸਕਦਾ। ਜਿਨ੍ਹਾਂ ਨੇ ਵੈਕਸੀਨ ਲਵਾਈ ਆ ਉਹ ਵੀ ਇਹਦੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਬਚ ਸਕਦੇ ਆ। ਜਿੰਨੀ ਯੂਨੀਵਰਸਿਟੀਜ਼ ਦੇ ਵਿੱਚ ਐਪੀਡੈਮੋਲੋਜਿਸਟ ਨੇ, ਜਿੰਨੇ ਇਸ ਚੀਜ਼ ਦੀ ਸਟੱਡੀ ਕਰਨ ਵਾਲੇ ਨੇ, ਸਾਰੇ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਦੇ ਮਤ ਵੱਖਰੇ ਵੱਖਰੇ ਆ। ਕੋਵਿਡ-19 ਦੇ ਮਾਮਲੇ ਦੇ ਵਿੱਚ ਵੀ ਕਈ ਕਹਿੰਦੇ ਬੂਸਟਰ ਸ਼ਾਟ ਪਹਿਲਾਂ ਇੱਥੇ ਲਾਉਣਾ ਚਾਹੀਦਾ, ਕੋਈ ਕਹਿੰਦੇ ਪਹਿਲਾਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਹਜੇ ਬਿਲਕੁਲ ਵੈਕਸੀਨ ਨਹੀਂ ਲੱਗੀ ਉੱਥੇ ਵੈਕਸੀਨ ਲਵਾਉਣੀ ਚਾਹੀਦੀ ਹੈ। ਕੋਈ ਇਹਦੇ ਕੁਆਰੰਟਾਈਨ ਦੇ ਪੀਰੀਅਡ ਬਾਰੇ ਵੀ ਡਿਸਪਿਊਟਸ ਆ ਕਿ 10 ਦਿਨ ਲੱਗ ਰਹਿਣਾ ਚਾਹੀਦਾ, ਕੋਈ ਕਹਿੰਦਾ 5 ਦਿਨ ਲੱਗ ਰਹਿਣਾ ਸਰ ਸਕਦਾ। ਪਰ ਇੱਕ ਗੱਲ ਦੇ ਉੱਤੇ ਸਾਰੇ ਵਿਗਿਆਨੀ, ਸਾਰੇ ਡਾਕਟਰ ਸਹਿਮਤ ਨੇ, ਉਹ ਇਹੀ ਆ ਕਿ ਜਿੰਨੀ ਜਲਦੀ ਸਾਰਿਆਂ ਨੂੰ ਵੈਕਸੀਨ ਲੱਗ ਜਾਊਗੀ, ਵੈਕਸੀਨ ਦੀਆਂ 2-3 ਡੋਜ਼ਸ ਜਿੰਨੀਆਂ ਵੀ ਲੱਗਣੀਆਂ ਸਾਰਿਆਂ ਨੂੰ ਲੱਗ ਜਾਣਗੀਆਂ, ਓਨੀ ਜਲਦੀ ਇਹ ਪੈਂਡੈਮਿਕ ਖਤਮ ਹੋਊਗੀ, ਓਨੀ ਜਲਦੀ ਸਾਡਾ ਇਸ ਕੋਵਿਡ-19 ਤੋਂ ਬਚਾਅ ਹੋਏਗਾ। ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਨੇ ਚੀਨ ਤੇ ਅਮਰੀਕਾ। ਪਿਛਲੇ ਸਮੇਂ ਦੇ ਵਿੱਚ ਜਦੋਂ ਕੋਵਿਡ-19 ਚੀਨ ਤੋਂ ਸ਼ੁਰੂ ਹੋਇਆ ਸੀ ਤਾਂ ਅਮਰੀਕਾ ਤੇ ਚੀਨ ਦੇ ਵਿੱਚ ਆਪਸੀ ਤਲਖੀ ਵਧੀ ਸੀ। ਬਹੁਤ ਸਾਰੇ ਇਲਜ਼ਾਮ ਅਮਰੀਕਾ ਨੇ ਚੀਨ ਦੇ ਉੱਤੇ ਲਾਏ ਸੀ, ਬਹੁਤ ਸਾਰੇ ਇਲਜ਼ਾਮ ਚੀਨ ਨੇ ਅਮਰੀਕਾ ਦੇ ਉੱਤੇ ਲਾਏ ਸੀ। ਬੀਤੇ ਲੰਘੇ ਸਮੇਂ ਦੇ ਵਿੱਚ ਇੱਕ ਹੋਰ ਜਿਹੜੀ ਕਾਰਵਾਈ ਚੀਨ ਨੇ ਕੀਤੀ ਸੀ, ਅਮਰੀਕਾ ਦੀਆਂ ਬਹੁਤ ਸਾਰੀਆਂ ਫਲਾਈਟਸ ਨੂੰ ਸਸਪੈਂਡ ਕਰ ਦਿੱਤਾ ਸੀ। ਉਹਨਾਂ ਦੇ ਉੱਤੇ ਕੁਝ ਸ਼ਰਤਾਂ ਲਾ ਦਿੱਤੀਆਂ ਸੀ ਕਿ ਜੇਕਰ ਤੁਸੀਂ ਇਹਨਾਂ ਸ਼ਰਤਾਂ ਦੇ ਤਹਿਤ ਇੱਥੇ ਰੁਕਦੇ ਆ ਤਾਂ ਤੁਹਾਡੀਆਂ ਫਲਾਈਟਸ ਇੱਥੇ ਆ ਸਕਦੀਆਂ, ਨਹੀਂ ਤਾਂ ਅਸੀਂ ਇਹ ਫਲਾਈਟਸ ਨੂੰ ਬੰਦ ਕਰ ਦਿਆਂਗੇ। ਉਹਦੇ ਤੋਂ ਬਾਅਦ ਉਹਨਾਂ ਨੇ ਕੁਝ ਸ਼ਰਤਾਂ ਇਹ ਵੀ ਲਾਈਆਂ ਸੀ ਕਿ ਜਿਹੜੀ ਫਲਾਈਟ ਦੇ ਵਿੱਚ 10 ਪੇਸ਼ੈਂਟ ਕੋਵਿਡ-19 ਦੇ ਆਉਂਦੇ ਆ ਉਹਨੂੰ ਇੰਨੇ ਹਫ਼ਤਿਆਂ ਦੇ ਲਈ ਸਸਪੈਂਡ ਕਰ ਦਿੱਤਾ ਜਾਊਗਾ। ਜਿਹੜੀ ਫਲਾਈਟ ਦੇ ਵਿੱਚ 10 ਤੋਂ ਜ਼ਿਆਦਾ ਪੇਸ਼ੈਂਟ ਕੋਵਿਡ ਦੇ ਟੈਸਟ ਪੋਜ਼ੀਟਿਵ ਨਿਕਲਦੇ ਆ ਉਹਨੂੰ ਲੰਬੇ ਸਮੇਂ ਦੇ ਲਈ ਬੰਦ ਕਰ ਦਿੱਤਾ ਜਾਊਗਾ। ਇਹ ਸਾਰੇ ਕੁਝ ਤੇ ਦੇਖਦੇ ਆ ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫਰਾਈਡੇ ਯਾਨੀ ਕਿ ਸ਼ੁੱਕਰਵਾਰ ਦੇ ਦਿਨ ਇਹ ਫੈਸਲਾ ਕੀਤਾ ਕਿ ਉਹ 44 ਦੇ ਕਰੀਬ ਜਿਹੜੀਆਂ ਯੂਨਾਈਟਿਡ ਸਟੇਟਸ ਨੂੰ ਚੀਨ ਦੁਆਰਾ ਆਪਰੇਟ ਕੀਤੀਆਂ ਜਾਂਦੀਆਂ ਚਾਈਨੀਜ਼ ਏਅਰਲਾਈਨ ਦੀਆਂ ਕੁਝ ਫਲਾਈਟਸ ਹੈਗੀਆਂ, 44 ਦੇ ਕਰੀਬ ਫਲਾਈਟਸ ਆ, ਉਹਨਾਂ ਨੂੰ ਜਿਹੜਾ ਰਿਸਟ੍ਰਿਕਟ ਕਰ ਦੇਣਗੇ, ਉਹਨਾਂ ਨੂੰ ਬੰਦ ਕਰ ਦੇਣਗੀਆਂ। ਇੱਥੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਜਾ ਸਕਦਾ। ਚੀਨ ਦੀ ਸਰਕਾਰ ਨੇ ਪਹਿਲਾਂ ਜਿੱਦਾਂ ਜ਼ਿਕਰ ਕੀਤਾ ਫਲਾਈਟਸ ਕੈਂਸਲ ਕੀਤੀਆਂ, ਜਿਹਨੂੰ ਬਹੁਤ ਸਾਰੀਆਂ ਅਮਰੀਕਨ ਏਅਰਲਾਈਨਸ ਜਿਹੜੀਆਂ ਆਪਰੇਟ ਕਰਦੀਆਂ ਸੀ, ਚਾਹੇ ਅਮਰੀਕਨ ਏਅਰਲਾਈਨ ਸੀਗੀ, ਡੈਲਟਾ ਏਅਰਲਾਈਨ ਸੀਗੀ ਜਾਂ ਯੂਨਾਈਟਿਡ ਏਅਰਲਾਈਨ ਸੀਗੀ। ਉਹਦੇ ਤੋਂ ਬਾਅਦ ਬਹੁਤ ਸਾਰੇ ਪੈਸੰਜਰ ਇਹਨਾਂ ਪਲੇਨਸ ਦੇ ਵਿੱਚ ਟੈਸਟ ਪੋਜ਼ੀਟਿਵ ਹੋਏ ਸੀ ਇਸ ਵਾਇਰਸ ਦੇ ਤਹਿਤ, ਜਿਹੜੇ ਕਿ ਅਮਰੀਕਾ ਤੋਂ ਚੀਨ ਦੇ ਵਿੱਚ ਪਹੁੰਚੇ ਸੀ। ਉਹਨਾਂ ਤੋਂ ਬਾਅਦ ਜਿਹੜੇ ਹਾਲਾਂਕਿ ਉਹਨਾਂ ਨੂੰ
ਇਹ ਜਿਹੜੇ ਪੈਸੰਜਰਸ ਆ ਉਹ ਟੈਸਟ ਨੈਗੇਟਿਵ ਸੀਗੇ ਜਦੋਂ ਜਹਾਜ਼ ਦੇ ਵਿੱਚ ਚੜ੍ਹਦੇ ਆ। ਇਹਦੇ ਤਹਿਤ ਹੁਣ ਸ਼ੁੱਕਰਵਾਰ ਨੂੰ US ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਇਹ ਫੈਸਲਾ ਲਿਆ ਆ ਕਿ ਉਹ ਸਸਪੈਂਸ਼ਨ ਕਰਨਗੇ ਚੀਨ ਦੀਆਂ ਇਹਨਾਂ ਫਲਾਈਟਸ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਇਹ ਚੀਜ਼ ਜਿਹੜੀ ਆ ਇਹ ਹੋਰ ਜ਼ਿਆਦਾ ਵੱਧ ਸਕਦੀ ਹੈ ਕਿ ਦੋਵੇਂ ਦੇਸ਼ ਇੱਕ ਦੂਜੇ ਦੀਆਂ ਫਲਾਈਟਸ ਨੂੰ ਬੰਦ ਕਰ ਦੇਣ। ਜਿਹੜੀ ਚੀਨ ਦੀ ਐਵੀਏਸ਼ਨ ਅਥਾਰਟੀ ਉਹਨਾਂ ਨੇ ਬਹੁਤ ਸਾਰੀਆਂ ਫਲਾਈਟਸ ਇੱਕ ਸਰਕਟ ਬ੍ਰੇਕਰ ਪ੍ਰੋਵੀਜ਼ਨ ਦੇ ਤਹਿਤ ਕੈਂਸਲ ਕਰ ਦਿੱਤੀਆਂ ਸੀ ਕਿ ਫਲਾਈਟਸ ਨੂੰ ਇੰਨਾ ਚਿਰ ਆ ਕੇ ਉੱਥੇ ਇੰਨਾ ਚਿਰ ਰਹਿਣਾ ਪਊਗਾ ਤੇ ਤੋਂ ਬਾਅਦ ਉਹ ਜਾ ਸਕਦੀ ਹੈ। US ਆਰਡਰ ਚੀਨ ਦੀਆਂ ਪਾਲਿਸੀਜ਼ ਜਿਹੜੀਆਂ ਉਹ ਅਲਾਉ ਕਰਦੀਆਂ ਸੀ 에ਅਰਲਾਈਨਸ ਨੂੰ ਕਿ ਪੈਸੰਜਰਸ ਜਿਹੜੇ ਆ ਉਹ ਟੈਸਟ ਪੋਜ਼ਿਟਿਵ ਆਉਂਦੇ ਆ ਵਾਇਰਸ ਦੇ ਲਈ, ਉਹਨਾਂ ਨੂੰ ਜਾਂ ਤਾਂ ਫਿਰ 2 ਹਫ਼ਤੇ ਦੀ ਸਸਪੈਂਸ਼ਨ ਹੋਊਗੀ ਜਿਹੜੀਆਂ ਫਲਾਈਟਸ ਦੇ ਲਈ, ਜਾਂ 4 ਹਫ਼ਤੇ ਦੇ ਲਈ ਉਹਨਾਂ ਨੂੰ ਜਿਹੜਾ ਰਿਸਟ੍ਰਿਕਟ ਕਰ ਦਿੱਤਾ ਜਾਊਗਾ। ਸੋ ਇਸ ਵੇਲੇ US ਦੀਆਂ ਉਹ ਕੰਪਨੀਆਂ ਜਿਨ੍ਹਾਂ ਨੂੰ ਕੋਈ ਚੋਇਸ ਨਹੀਂ ਦਿੱਤੀ ਗਈ ਸੀ ਉਹਨਾਂ ਨੂੰ 4 ਹਫ਼ਤੇ ਦਾ ਨੋਟਿਸ ਜਿਹੜਾ ਚਾਈਨੀਜ਼ ਪਾਲਿਸੀ ਦੇ ਤਹਿਤ ਦਿੱਤਾ ਗਿਆ ਸੀ, ਤੇ ਹੁਣ ਚੀਨ ਦੀ ਸਰਕਾਰ ਉਹ ਕਹਿੰਦੇ ਇਸ ਚੀਜ਼ ਨੂੰ ਕੱਲੀ ਨੂੰ ਕਰਕੇ ਕਲੀਅਰ ਕਰੂਗੀ। ਤੇ ਇਸ ਸਮੇਂ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਪਲਾਨ ਕੀਤਾ ਜਾ ਰਿਹਾ, ਸੋਚਿਆ ਜਾ ਰਿਹਾ ਤੇ ਜਲਦੀ ਇਹਦੇ ਉੱਤੇ ਅਮਲ ਕੀਤਾ ਜਾ ਰਿਹਾ ਕਿ 44 ਫਲਾਈਟਾਂ 44 ਦੇ ਲਗਭਗ ਫਲਾਈਟਾਂ ਚੀਨ ਦੀਆਂ ਉਹਨਾਂ ਨੂੰ ਬੈਨ ਕਰ ਦਿੱਤਾ ਜਾਊਗਾ ਅਮਰੀਕਾ ਦੇ ਵਿੱਚ, ਜਿਹੜੀਆਂ ਕਿ ਚੀਨ ਤੋਂ ਆਉਂਦੀਆਂ ਆ ਤੇ 30 ਜਨਵਰੀ ਤੋਂ ਲੈ ਕੇ ਮਾਰਚ 29 ਤੱਕ ਸਕੈਜੂਅਲ ਕੀਤੀਆਂ ਆ। ਤੇ ਇਹ ਜਿਹੜੀਆਂ 에ਅਰ ਚਾਈਨਾ ਦੁਆਰਾ ਜਿਹੜੀਆਂ ਬਹੁਤ ਸਾਰੀਆਂ ਚੀਨ ਦੀਆਂ 에ਅਰਲਾਈਨ ਨੇ, ਜਿਨ੍ਹਾਂ ਵਿੱਚ 에ਅਰ ਚਾਈਨਾ ਹੈ, ਚਾਈਨਾ ਈਸਟਰਨ 에ਅਰਲਾਈਨ ਆ, ਚਾਈਨਾ ਸਦਰਨ 에ਅਰਲਾਈਨ ਆ ਤੇ ਹੋਰ ਕੁਝ 에ਅਰਲਾਈਨਸ ਇਹਦੇ ਵਿੱਚ ਸ਼ਾਮਲ ਨੇ। ਬਹੁਤੀਆਂ ਜਿਹੜੀਆਂ ਇਹ ਫਲਾਈਟਸ ਨੇ ਇਹ ਡਿਪਾਰਟ ਕਰਦੀਆਂ ਲਾਸ ਐਂਜਲਸ ਤੋਂ, ਤੇ ਦੂਜੀਆਂ ਜਿਹੜੀਆਂ ਹੈਗੀਆਂ ਉਹ ਨਿਊਯਾਰਕ ਤੋਂ, ਫਰਾਂਸ, ਜਰਮਨੀ, ਇਹਨਾਂ ਨੇ ਵੀ ਲਗਭਗ ਇਸੇ ਤਰ੍ਹਾਂ ਦੇ ਐਕਸ਼ਨ ਇਸ ਸਰਕਟ ਬ੍ਰੇਕਰ ਪਾਲਿਸੀ ਜਿਹੜੀ ਚੀਨ ਨੇ ਬਣਾਈ ਸੀ ਉਹਦੇ ਵਿਰੋਧ ਦੇ ਵਿੱਚ ਫਰਾਂਸ, ਜਰਮਨੀ ਇਹਨਾਂ ਨੇ ਵੀ ਲਗਭਗ ਉਹੋ ਜਿਹੇ ਫੈਸਲੇ ਲਏ ਆ। ਤੇ ਇਹ ਫੈਸਲਾ ਹੁਣ ਅਮਰੀਕਾ ਵੀ ਇਹਦੇ ਉੱਤੇ ਲੈਣ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਲਾਈਟਸ ਜਿਹੜੀਆਂ ਹੋਰ ਵੀ ਜਿਹੜੀਆਂ ਚੀਨ ਤੋਂ ਫਲਾਈ ਕਰਦੀਆਂ, ਚੀਨ ਤੋਂ ਆਪਰੇਟ ਹੁੰਦੀਆਂ, ਉਹ ਕੈਂਸਲ ਕੀਤੀਆਂ ਜਾ ਸਕਦੀਆਂ। ਪੀਸਰਚ ਹਸਪੀਟਲ ਦਾ ਮੈਟਰਨਿਟੀ ਵਾਰਡ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਹਸਪੀਟਲ ਪੀਸਰਚ ਹਸਪੀਟਲ ਇਹਦੇ ਮੈਟਰਨਿਟੀ ਵਾਰਡ ਨੂੰ ਬੰਦ ਕਰਨ ਦੀ ਗੱਲਬਾਤ ਚੱਲ ਰਹੀ ਆ ਔਰ ਕਿਹਾ ਗਿਆ ਕਿ ਇਹਨੂੰ ਬੰਦ ਕਰ ਦਿੱਤਾ ਜਾਣਾ ਕਿਉਂਕਿ ਸਟਾਫ ਦੀ ਸ਼ਾਰਟੇਜ ਆ। ਹੁਣ ਇਹਦੇ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਜਿਹਨਾਂ ਦੀ ਪ੍ਰੀ ਐਗਜ਼ਿਸਟੈਂਟ ਪਲੈਨਸ ਹੈਗੀਆਂ ਨੇ ਇੱਥੇ ਬੇਬੀ ਡਿਲੀਵਰ ਕਰਦੀਆਂ ਇਸ ਹਸਪੀਟਲ ਦੇ ਵਿੱਚ, ਉਹਨਾਂ ਦੇ ਲਈ ਇਹ ਹਸਪੀਟਲ ਖੁੱਲ੍ਹਾ ਰਹੂਗਾ। ਫਰੇਜ਼ਰ ਹੈਲਥ ਨੇ ਇਹ ਅਨਾਊਂਸਮੈਂਟ ਕੀਤੀ ਹੈ। ਹਸਪੀਟਲ ਦਾ ਮੈਟਰਨਿਟੀ ਵਾਰਡ ਪਹਿਲਾਂ ਜਨਵਰੀ 28 ਨੂੰ ਬੰਦ ਕਰ ਦਿੱਤਾ ਜਾਣਾ ਸੀ। ਇੱਥੇ ਜਿਹੜਾ ਇਹਨਾਂ ਸਾਰਿਆਂ ਨੂੰ ਰੀਰੂਟ ਕਰ ਦਿੱਤਾ ਜਾਣਾ ਸੀ, ਜਿਹੜੇ ਪੇਸ਼ੈਂਟ ਸੀ ਇੱਥੋਂ ਦੇ ਉਹਨਾਂ ਨੂੰ ਲੈਂਗਲੀ ਮੈਮੋਰੀਅਲ ਹਸਪੀਟਲ ਦੇ ਵਿੱਚ, ਕਿਉਂਕਿ ਸਟਾਫਿੰਗ ਦਾ ਇਸ਼ੂ ਆ ਰਿਹਾ। ਪਿਛਲੇ ਦਿਨਾਂ ਦੇ ਵਿੱਚ ਸਰੀ ਦੇ ਵਿੱਚ ਇੱਕ ਖਬਰ ਬਹੁਤ ਚਰਚਾ ਦੇ ਵਿੱਚ ਆਈ ਸੀ, ਜਿਹਦੇ ਤਹਿਤ ਇੱਕ ਔਰਤ ਨੇ ਸਰੀ ਮੈਮੋਰੀਅਲ ਹਸਪੀਟਲ ਦੇ ਅੰਦਰ ਜਾ ਕੇ ਐਂਟਰੈਂਸ ਦੇ ਉੱਤੇ ਬੱਚੇ ਨੂੰ ਜਨਮ ਦੇ ਦਿੱਤਾ ਸੀ। ਉੱਥੇ ਗਈ ਔਰਤ 3 ਵਾਰੀ ਉਹਨੂੰ ਵਾਪਸ ਭੇਜ ਦਿੱਤਾ ਗਿਆ ਸੀ ਕਿ ਤੈਨੂੰ ਵਾਪਸ ਜਾਣਾ ਚਾਹੀਦਾ, ਅਜੇ ਤੇਰੇ ਬੇਬੀ ਦੇ ਡਿਲੀਵਰ ਹੋਣ ਦਾ ਸਮਾਂ ਨਹੀਂ ਆ। ਉਹ ਜਦੋਂ ਚੌਥੀ ਵਾਰੀ ਵਾਪਸ ਆਈ ਤਾਂ ਉਹਨੇ ਇਹ ਤੋਂ ਪਹਿਲਾਂ ਕਿ ਹਸਪਤਾਲ ਦੇ ਅੰਦਰ ਉਹ ਬੈੱਡ ਤੱਕ ਪਹੁੰਚਦੀ, ਉਹਨੇ ਰਸਤੇ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਸੀ। ਜਦੋਂ ਉਸ ਔਰਤ ਦੀ ਕਹਾਣੀ ਸਾਹਮਣੇ ਆਈ ਸੀ ਤਾਂ ਉਹਦੇ ਤੋਂ ਬਾਅਦ ਬਹੁਤ ਸਾਰੇ ਹੋਰ ਲੋਕਾਂ ਨੇ ਆਪਣੀਆਂ ਕਹਾਣੀਆਂ ਸਾਹਮਣੇ ਲਿਆਂਦੀਆਂ ਕਿ ਸਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ, ਅਸੀਂ ਵੀ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਗਏ ਸੀ ਤੇ ਉੱਥੇ ਜਾ ਕੇ ਸਾਨੂੰ ਵੀ ਬਾਰ-ਬਾਰ ਵਾਪਸ ਭੇਜ ਦਿੱਤਾ ਗਿਆ ਸੀ। ਹੁਣ ਇਹਦੇ ਤੋਂ ਬਾਅਦ ਇੱਕ ਇਹ ਖਬਰ ਆਉਣੀ ਕਿ ਸਟਾਫ ਦੀ ਸ਼ਾਰਟੇਜ ਕਰਕੇ ਪੀਸਰਚ ਹਸਪੀਟਲ ਦਾ ਜਿਹੜਾ ਮੈਟਰਨਿਟੀ ਵਾਰਡ ਆ ਉਹਨੂੰ ਬੰਦ ਕੀਤਾ ਜਾ ਰਿਹਾ। ਇਹਦੇ ਨਾਲ ਲੋਕਾਂ ਦੇ ਵਿੱਚ ਬਹੁਤ ਸਾਰੀ ਨਿਰਾਸ਼ਾ ਫੈਲੀ ਆ। ਬਹੁਤ ਸਾਰੇ ਲੋਕਾਂ ਨੇ ਸੜਕਾਂ ਦੇ ਉੱਤੇ ਆ ਕੇ ਪ੍ਰਦਰਸ਼ਨ ਕੀਤੇ ਆ। ਉਹਨਾਂ ਬੱਚਿਆਂ ਨੇ ਹੱਥਾਂ ਦੇ ਵਿੱਚ ਆਪਣੇ ਬੈਨਰ ਲੈ ਕੇ ਜਿਹੜੇ ਉਹ ਪ੍ਰਦਰਸ਼ਨ ਕਰ ਰਹੇ ਆ ਕਿ ਸਾਡਾ ਜਨਮ ਇੱਥੇ ਹੋਇਆ ਸੀ, ਇਹਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਸਟਾਫ ਸ਼ਾਰਟੇਜ ਇੱਕ ਸਿਰਫ ਕੈਨੇਡਾ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ। ਨਰਸਸ ਦੀ ਜਿਹੜੀ ਡਾਕਟਰਸ ਦੀ ਘਾਟ ਆ ਉਹ ਹਰ ਥਾਂ ਦੇ ਉੱਤੇ ਹੀ ਆ। ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ 10 ਤੋਂ 15,000 ਡਾਲਰ ਸਾਈਨ ਅਪ ਬੋਨਸ ਦਿੱਤਾ ਜਾ ਰਿਹਾ ਨਰਸਸ ਨੂੰ ਕਿ ਤੁਸੀਂ ਇੱਥੇ ਵਾਪਸ ਆ ਜਾਓ। ਨਰਸਸ ਦੇ ਉੱਤੇ ਜਿਹੜਾ ਵੈਕਸੀਨ ਦਾ ਮੈਂਡੇਟ ਸੀਗਾ ਇਹਨੂੰ ਲੈ ਕੇ ਵੀ ਕਾਫੀ ਵਾਦ ਵਿਵਾਦ ਹੋਇਆ ਸੀ। ਡਾਕਟਰਸ ਦੀ ਪੂਰੇ ਕੈਨੇਡਾ ਦੇ ਵਿੱਚ ਲਗਾਤਾਰ ਕਮੀ ਹੈ, ਇਹ ਸਦਾ ਇਹਦੇ ਉੱਤੇ ਚਰਚਾ ਹੁੰਦੀ ਰਹੀ ਹੈ। ਇਸ ਵੇਲੇ ਫਰੇਜ਼ਰ ਹੈਲਥ ਦੁਆਰਾ ਇਹ ਅਨਾਊਂਸਮੈਂਟ ਕਿ ਜਿਹੜੀ ਪੈਡੀਆਟ੍ਰਿਕ ਸਟਾਫ ਆ ਪੀਸਰਚ ਹਸਪੀਟਲ ਦੇ ਵਿੱਚ ਤੇ ਜਿਹੜੇ ਦੂਜੇ ਪਾਰਟਨਰਸ ਆ ਉਹ ਇੱਥੇ ਉਸੇ ਤਰ੍ਹਾਂ ਸਕੈਜੂਅਲ ਕੀਤੀਆਂ ਜਿਹੜੀਆਂ ਡਿਲੀਵਰੀਜ਼ ਆ ਉਹਨਾਂ ਦੇ ਲਈ ਆਊਗਾ।
ਇਹਦੇ ਨਾਲ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਖੁਸ਼ੀ ਦੀ ਆਸ ਬੱਝੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮੈਟਰਨਿਟੀ ਵਾਰਡ ਆ ਇਸੇ ਤਰ੍ਹਾਂ ਚੱਲਦਾ ਰਹੂਗਾ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਪਾਰਟਨਰ ਜਿਹੜੇ ਉਹ ਕਮਿਟਡ ਨੇ ਇਸ ਮਾਮਲੇ ਦੇ ਵਿੱਚ। ਪੀਐਸਆਰਚ ਹਸਪੀਟਲ ਦੇ ਵਿੱਚ ਫਰੇਜ਼ਰ ਹੈਲਥ ਲਗਾਤਾਰ ਉੱਥੇ ਨਵੀਂ ਰਿਕਰੂਟਮੈਂਟ ਕਰ ਰਿਹਾ ਆ। ਕੱਲ੍ਹ ਵੀਰਵਾਰ ਨੂੰ ਇਹ ਜਾਣਕਾਰੀ ਫਰੇਜ਼ਰ ਹੈਲਥ ਨੇ ਸਾਂਝੀ ਕੀਤੀ ਹੈ। ਪਹਿਲਾਂ ਫਰੇਜ਼ਰ ਹੈਲਥ ਨੇ ਇਹ ਕਿਹਾ ਸੀ ਕਿ ਇਹ ਵਾਰਡ ਇਨਡੈਫੀਨਿਟਲੀ ਬੰਦ ਕਰ ਦਿੱਤਾ ਜਾਊਗਾ ਕਿਉਂਕਿ ਇਸ ਫੈਸਿਲਿਟੀ ਦੇ ਵਿੱਚ ਅਨਐਕਸਪੈਕਟਡ ਜਿਹੜੀ ਲੀਵ ਆ ਉਹਦੇ ਕਰਕੇ। ਹੈਲਥ ਅਥਾਰਟੀ ਨੇ ਵਾਰਨਿੰਗ ਕੀਤੀ ਸੀ ਕਿ ਇੱਥੇ ਅਜੇ ਵੀ ਜਿਹੜੀ ਬਹੁਤ ਸਾਰੀਆਂ ਡਾਇਵਰਸ਼ਨਸ ਆ ਸਿੰਗਲ ਡੇ ਉਹ ਕੀਤੀਆਂ ਜਾ ਰਹੀਆਂ ਆ। ਸੋ ਇਸ ਵੇਲੇ ਜਿਹੜਾ ਉੱਥੇ ਦੱਸਿਆ ਜਾ ਰਿਹਾ ਕਿ 7 ਪੀਡੀਆਟ੍ਰੀਸ਼ੀਅਨ ਨੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਹਸਪੀਟਲ ਦੇ ਮੈਟਰਨਿਟੀ ਵਾਰਡ ਦੇ ਵਿੱਚ, ਪਰ ਉਹ ਵੀ ਫੁੱਲ ਟਾਈਮ ਇੱਥੇ ਕੰਮ ਨਹੀਂ ਕਰਦੇ। ਫਰੇਜ਼ਰ ਹੈਲਥ ਇਹ ਕਹਿ ਰਹੀ ਹੈ ਕਿ ਵਾਰਡ ਨੂੰ ਹੋਰ 5 ਫੁੱਲ ਟਾਈਮ ਪੀਡੀਆਟ੍ਰੀਸ਼ੀਅਨਸ ਦੇ ਭਾਵ ਜਿਹੜੇ ਡਾਕਟਰ ਬੱਚਿਆਂ ਦੀ ਦੇਖਭਾਲ ਕਰਦੇ ਆ ਉਹਨਾਂ ਦੀ ਲੋੜ ਆ। ਸੋ ਆਲਟਰਨੇਟਿਵ ਪੇਮੈਂਟ ਮਾਡਲ ਵੀ ਇੱਥੇ ਕ੍ਰੀਏਟ ਕੀਤੇ ਜਾ ਰਹੇ ਆ। ਇਹ ਲਗਾਤਾਰ ਲੰਬੇ ਸਮੇਂ ਤੋਂ ਸਟਾਫ ਦੀ ਇਸ ਹਸਪੀਟਲ ਦੇ ਵਿੱਚ ਸ਼ਾਰਟੇਜ ਆ ਤੇ ਹੁਣ ਜਦੋਂ ਲੋਕ ਸੜਕਾਂ ਦੇ ਉੱਤੇ ਉਤਰੇ ਆ ਉਹਨਾਂ ਨੇ ਇਸ ਨੂੰ ਬੰਦ ਕਰਨ ਦੇ ਵਿਰੋਧ ਦੇ ਵਿੱਚ ਆਵਾਜ਼ ਉਠਾਈ ਆ ਤੇ ਇੱਕ ਆਸ ਦੀ ਕਿਰਨ ਜਾਪੀ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਕੋਈ ਨਾ ਕੋਈ ਵਿਚਾਰ ਕੀਤੀ ਜਾਵੇ, ਸਟਾਫ ਦੀ ਸ਼ਾਰਟੇਜ ਨੂੰ ਪੂਰਾ ਕੀਤਾ ਜਾਵੇ ਤੇ ਇਸ ਹਸਪੀਟਲ ਦਾ ਮੈਟਰਨਿਟੀ ਵਾਰਡ ਪਹਿਲਾਂ ਵਾਂਗੂ ਚੱਲਦਾ ਰਹੇ। ਪਿਛਲੇ ਸਮੇਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ। ਇਹਨਾਂ ਕੀਮਤਾਂ ਵਿੱਚ ਹੋਏ ਵਾਧੇ ਦਾ ਇੱਕ ਕਾਰਨ ਘੱਟ ਵਿਆਜ ਦਰਾਂ ਦੱਸੀਆਂ ਜਾ ਰਹੀਆਂ। ਸਿਰਫ ਕੈਨੇਡਾ ਦੇ ਵਿੱਚ ਨਹੀਂ, ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਪੈਂਡੈਮਿਕ ਕਰਕੇ ਵਿਆਜ ਦਰਾਂ ਘਟਾਈਆਂ ਗਈਆਂ ਸੀ ਤਾਂ ਕਿ ਜਿਹੜਾ ਪੈਸੇ ਦਾ ਲੈਣ ਦੇਣ ਆ ਉਹ ਚੱਲਦਾ ਰਹੇ। ਕਿਉਂਕਿ ਸਾਰੇ ਕਾਰੋਬਾਰ ਬੰਦ ਹੋ ਰਹੇ ਸੀ, ਕਾਰੋਬਾਰਾਂ ਦੇ ਉੱਤੇ ਵੱਡਾ ਅਸਰ ਕੋਵਿਡ-19 ਦਾ ਪਿਆ ਸੀ, ਇਸ ਕਰਕੇ ਇੰਟਰਸਟ ਰੇਟ ਘਟਾ ਦਿੱਤੇ ਗਏ ਸੀ। ਲੋਕ ਵੱਧ ਤੋਂ ਵੱਧ ਪੈਸਾ ਜਿਹੜਾ ਵਿਆਜ 'ਤੇ ਲੈਣ ਜਾਂ ਵੱਧ ਤੋਂ ਵੱਧ ਪੈਸਾ ਖਰਚਣ, ਜਿਹੜੀ ਇਕੋਨਮੀ ਆ ਉਹ ਥੋੜ੍ਹੀ ਬਹੁਤੀ ਚੱਲਦੀ ਰਹੇ। ਬੈਂਕ ਆਫ ਕੈਨੇਡਾ ਨੇ ਵੀ ਇਹ ਇੰਟਰਸਟ ਰੇਟ ਕਾਫੀ ਘਟਾ ਦਿੱਤਾ ਸੀ। ਪਿਛਲੇ ਸਮੇਂ ਦੇ ਵਿੱਚ ਹੁਣ ਇਹ ਚਰਚਾ ਆਈ ਸੀ ਕਿ ਇਸ ਸਾਲ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾ ਦੇਣੇ ਆ, ਵਿਆਜ ਦਰਾਂ ਵਧਾ ਦੇਣੀਆਂ। ਹੁਣ ਜਿਹੜੀ ਖਬਰ ਆ ਰਹੀ ਆ ਕਿ ਬੈਂਕ ਆਫ ਕੈਨੇਡਾ ਇਹ ਇੰਟਰਸਟ ਰੇਟ ਜਿੰਨੇ ਸਮੇਂ ਦੇ ਵਿੱਚ ਮਤਲਬ 1 ਮਹੀਨਾ ਪਹਿਲਾਂ ਜਿਹੜਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਬੈਂਕ ਆਫ ਕੈਨੇਡਾ ਨੇ ਇੰਨੇ ਸਮੇਂ ਦੇ ਵਿੱਚ ਇੰਟਰਸਟ ਰੇਟ ਵਧਾ ਦੇਣੇ, ਇਹ ਕਹਿੰਦੇ ਹੁਣ ਉਹਦੇ ਤੋਂ ਜਲਦੀ ਇਹਨਾਂ ਨੇ ਇੰਟਰਸਟ ਰੇਟ ਆ ਉਹ ਵਧਾ ਦੇਣੇ ਆ। ਰਾਊਟਰਸ ਦੇ ਦੁਆਰਾ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਪਹਿਲਾਂ ਕਿਹਾ ਗਿਆ ਸੀ ਕਿ ਸੈਕੰਡ ਕੁਆਰਟਰ ਤੱਕ ਜਿਹੜੀ ਵੇਟ ਕੀਤੀ ਜਾਊਗੀ ਤੇ ਹੁਣ ਕਿਹਾ ਜਾ ਰਿਹਾ ਕਿ ਜਲਦੀ ਜਿਹੜੇ ਇਹ ਰੇਟ ਆ ਇੰਟਰਸਟ ਰੇਟ ਕੈਨੇਡਾ ਦੇ ਵਿੱਚ ਵਿਆਜ ਦਰਾਂ ਵੱਧ ਜਾਣਗੀਆਂ। 1 ਮਹੀਨਾ ਪਹਿਲਾਂ ਜਿਹੜੇ ਐਨਾਲਿਸਿਸ ਸੀਗੇ ਉਹ ਉਹਨਾਂ ਨੇ ਪ੍ਰੈਡਿਕਟ ਕਰ ਰਹੇ ਸੀਗੇ ਕਿ ਪਹਿਲਾ ਵਾਧਾ ਜਿਹੜਾ ਪਹਿਲਾ ਹਾਈਕ ਹੋਣਾ ਇਹਦੇ ਵਿੱਚੋਂ 3rd ਕੁਆਰਟਰ ਦੇ ਵਿੱਚ ਸਾਹਮਣੇ ਆਊਗਾ, ਪਰ ਇਹ ਨਹੀਂ ਸੀ ਦੱਸਿਆ ਜਾ ਰਿਹਾ। ਪਰ ਹੁਣ ਜਿਸ ਤਰੀਕੇ ਦੇ ਨਾਲ ਇਨਫਲੇਸ਼ਨ ਵਧੀ ਹੈ ਔਰ 30 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਇਨਫਲੇਸ਼ਨ ਇਸ ਵੇਲੇ ਦੱਸੀ ਜਾ ਰਹੀ ਆ, ਉਹਦੇ ਨਾਲ ਬਹੁਤ ਸਾਰੇ ਇਕੋਨੋਮਿਸਟ ਆ ਇਸ ਗੱਲਬਾਤ ਬਾਰੇ ਸਾਹਮਣੇ ਆਏ ਆ ਕਿ ਹੁਣ ਇੰਟਰਸਟ ਰੇਟ ਸਰਕਾਰ ਨੂੰ ਉਹ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ ਪਹਿਲਾਂ ਵਧਾਉਣੇ ਪੈਣਗੇ ਤੇ ਇਹ ਵਾਧਾ ਬਹੁਤ ਜਲਦੀ ਇਸ ਮਹੀਨੇ ਦੇ ਵਿੱਚ ਹੀ ਸਾਹਮਣੇ ਆ ਸਕਦਾ। ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਸੈਂਟਰਲ ਬੈਂਕਸ ਨੇ, ਫੈਡਰਲ ਰਿਜ਼ਰਵ ਆ ਜਾਂ ਬੈਂਕ ਆਫ ਇੰਗਲੈਂਡ ਵੀ ਆ, ਉਹ ਵੀ ਇਹ ਇੰਟਰਸਟ ਰੇਟ ਜਿਹੜੇ ਆ ਬਹੁਤ ਜਲਦੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਧਾ ਰਹੇ ਆ ਕਿਉਂਕਿ ਜਿਹੜੀ ਇਹ ਕਈ ਦਹਾਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵੇਲੇ ਮਹਿੰਗਾਈ ਦੇਖਣ ਨੂੰ ਮਿਲ ਰਹੀ ਆ। ਇਸ ਮਹਿੰਗਾਈ ਨੂੰ ਕਾਬੂ ਕਰਨ ਦੇ ਲਈ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾਣਾ ਤੇ ਇਹ ਵਾਧਾ ਸਿਰਫ ਕੈਨੇਡਾ ਦੇ ਵਿੱਚ ਨਹੀਂ, ਦੁਨੀਆ ਦੀਆਂ ਵੱਖ-ਵੱਖ ਬੈਂਕਾਂ ਜਿਹੜੀਆਂ ਉਹ ਵਾਧਾ ਕਰਨ ਜਾ ਰਹੀਆਂ ਤੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਮੀਡੀਅਨ ਫੋਰਕਾਸਟ ਆ ਜਨਵਰੀ 14 ਤੋਂ 21 ਦੇ ਵਿੱਚ ਜਿਹੜੇ 31 ਇਕੋਨੋਮਿਸਟ ਹੈਗੇ ਆ ਉਹਨਾਂ ਦੀ ਪੋਲ ਦੇ ਵਿੱਚ ਦੱਸਿਆ ਗਿਆ ਕਿ ਬੈਂਕ ਆਫ ਕੈਨੇਡਾ ਕੀ ਇੰਟਰਸਟ ਰੇਟ ਆ ਜਿਹੜਾ 50 ਬੇਸਿਸ ਪੁਆਇੰਟ ਵਧਾ ਸਕਦੀ ਹੈ। ਮਤਲਬ ਕਿ ਇਹ ਜਿਹੜਾ 0.25 ਆ ਇਹਨੂੰ ਵਧਾ ਕੇ 0.75% ਨੈਕਸਟ ਕੁਆਰਟਰ ਦੇ ਵਿੱਚ ਕੀਤਾ ਜਾ ਸਕਦਾ ਤੇ ਐਂਡ ਆਫ ਦਾ ਈਅਰ ਇਹ ਰੇਟ ਜਿਹੜਾ 1.00% ਹੋ ਸਕਦਾ ਹੈ। ਤੇ ਇਹਨੂੰ ਜਦੋਂ ਤੁਸੀਂ ਜਿਹੜੀ ਐਂਡ ਈਅਰ ਪ੍ਰੋਡਿਕਸ਼ਨ ਸੀਗੀ ਪਹਿਲਾਂ ਉਹ 0.75 ਸੀ ਲਾਸਟ ਦਸੰਬਰ ਦੇ ਵਿੱਚ। ਸੋ ਲੇਟੈਸਟ ਜਿਹੜਾ ਸਰਵੇ ਕੀਤਾ ਗਿਆ ਉਹਦੇ ਵਿੱਚ ਇਸ ਵੇਲੇ ਵਧੀ ਇਨਫਲੇਸ਼ਨ ਨੂੰ ਲੈ ਕੇ ਇਹ ਜਿਹੜਾ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਕਿ ਬਹੁਤ ਜਲਦੀ ਇੰਟਰਸਟ ਰੇਟ ਕੈਨੇਡਾ ਸੈਂਟਰਲ ਬੈਂਕ ਜਿਹੜੀ ਆ ਉਹ ਅਪਡੇਟ ਕੁਆਰਟਰਲੀ ਫੋਰਕਾਸਟ ਜਦੋਂ ਉਹਦੇ ਵਿੱਚ ਪਬਲਿਸ਼ ਹੁੰਦਾ ਆ ਤੇ ਇਕੋਨੋਮਿਸਟ ਇਹਦੇ ਬਾਰੇ ਇਹ ਗੱਲਬਾਤ ਦੱਸ ਰਿਹਾ ਕਿ ਇੰਟਰਸਟ ਰੇਟ ਵਧਣਾ ਸੀ ਇਹ ਤੈਅ ਆ। ਅਮਰੀਕਾ ਦੇ ਵਿੱਚ ਇਹੀ ਇੰਟਰਸਟ ਰੇਟ ਦੱਸਿਆ ਜਾ ਰਿਹਾ ਕਿ ਐਸੇ ਸਾਲ ਦੇ ਵਿੱਚ 3 ਵਾਰੀ ਇੰਟਰਸਟ ਰੇਟ ਵਧੂਗਾ ਉੱਥੇ। ਸੋ ਹੁਣ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਵਧਣਾ ਸੀ ਇਹ ਲਗਭਗ ਤੈਅ ਸੀ, ਪਰ ਹੁਣ ਆਈ ਮਹਿੰਗਾਈ ਕਾਰਨ ਦੱਸਿਆ ਜਾ ਰਿਹਾ ਕਿ ਇਹ ਇੰਟਰਸਟ ਰੇਟ ਬਹੁਤ ਜਲਦੀ ਵੱਧ ਸਕਦਾ
ਤੇ ਇਸ ਸਾਲ ਦੇ ਅੰਤ ਤੱਕ 1% ਤੇ ਇਹ ਇੰਟਰਸਟ ਰੇਟ ਜਾ ਸਕਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।